वाहिगुरु जीओ। सतनाम श्री वाहिगुरु साहिब जीओ। सवैये महले पहले के पहला, एक ओंकार सतगुर प्रसाद। इक मन पुरख ध्याए वरदाता, संत सहार सदा विख्याता। तास चरण ले हृदय बसावों, तौ परम गुरु नानक गुण गावों। साध संगत जीओ, गुरबाणी विचार ਦੇ ਸਤਵੰਤੇ ਪਤਵੰਤੇ ਗੁਰਮੁਖ ਜਨੋ, ਅੱਜ ਭੱਟਾਂ ਦੇ ਸਵਈਏ ਦੀ ਵਿਚਾਰ ਸ਼ੁਰੂ ਹੋ ਰਹੀ ਹੈ। ਭੱਟ ਸਾਹਿਬਾਨ ਬਹੁਤ ਵਿਦਵਾਨ ਸਨ। ਇਹ ਹਰਿਆਣੇ ਦੇ ਵਸਨੀਕ ਸਨ ਔਰ ਗੁਰੂ ਸਾਹਿਬ ਦੇ ਕੋਲ ਆਏ ਘੁੰਮਦੇ ਘਮਾਉਂਦੇ। ਉਹਨਾਂ ਨੂੰ ਕੋਈ ਸੰਤ ਨਹੀਂ ਸੀ ਮਿਲਿਆ। ਮਿਲੇ ਸੰਤ ਬਥੇਰੇ ਸੀ, ਅੱਗੇ ਜ਼ਿਕਰ ਕਰਦੇ ਹੋ ਰਹੇ ਹੋ ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਪਰ ਮਨ ਦੀ ਨਿਸ਼ਾ ਕਿਸੇ ਤੋਂ ਨਹੀਂ ਹੋਈ। ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਉਹਨਾਂ ਦੀ ਨਿਸ਼ਾ ਹੋਈ ਹੈ। ਉਹ ਅੱਗੇ ਭੱਟ ਸਾਹਿਬਾਨ ਸਾਰਾ ਜ਼ਿਕਰ ਕਰਦੇ ਆ। ਉਹਨਾਂ ਨੇ ਸਾਰੇ ਜਿੰਨੇ ਵੀ ਗੁਰੂ ਉਹਨਾਂ ਦੇ ਸਾਹਮਣੇ ਸੀਗੇ ਪੰਜੇ, ਉਹਨਾਂ ਦੀ ਉਸਤਤੀ ਕਰੀਏ, ਵਡਿਆਈ ਕਰੀਏ ਪਰਮਾਤਮਾ ਦਾ ਰੂਪ ਜਾਣ ਕੇ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਮਨ ਦੇ ਵਿੱਚ ਇੱਕੋ ਪੁਰਖ ਨੂੰ ਧਿਆਇਆ, ਜਿਹੜਾ ਬਖਸ਼ਿੰਦਾ, ਦਾਤਾਂ ਦੇਣ ਵਾਲਾ, ਵਰ ਦਿੰਦਾ, ਸੰਤਾਂ ਦਾ ਸਹਾਈ ਹੈ ਔਰ ਸਦਾ ਹੀ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹੈ। ਤਾਸ ਚਰਨ ਲੈ ਹਿਰਦੈ ਵਸਾਵੋਂ, ਤੋ ਪਰਮ ਗੁਰੂ ਨਾਨਕ ਗੁਣ ਗਾਵੋਂ। ਮੈਂ ਉਹਦੇ ਚਰਨਾਂ ਨੂੰ ਹਿਰਦੇ ਵਿੱਚ ਰੱਖ ਕੇ ਵਸਾਉਂਦਾ ਹਾਂ, ਹਿਰਦੇ 'ਚ ਵਸਾਉਂਦਾ ਹਾਂ ਔਰ ਇਸੇ ਕਰਕੇ ਮੈਂ ਪਰਮ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਗੁਣ ਗਾਉਂਦਾ ਹਾਂ। ਵਸਾਵੋਂ ਗਾਵੋਂ, ਊੜੇ ਨੂੰ ਔਂਕੜ, ਮੈਂ ਗਾਉਂਦਾ ਹਾਂ, ਮੈਂ ਵਸਾਉਂਦਾ ਹਾਂ। ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਮੈਂ ਪਰਮ ਗੁਰੂ ਨਾਨਕ ਪਾਤਸ਼ਾਹ ਦੇ, ਜਿਹੜਾ ਸੁੱਖਾਂ ਦਾ ਸਾਗਰ ਹੈ ਔਰ ਪਾਪਾਂ ਨੂੰ ਦੂਰ ਕਰਨੇ ਵਾਲਾ ਹੈ, ਸ਼ਬਦ ਦਾ ਸਮੁੰਦਰ ਹੈ, ਸਰੋਵਰ ਹੈ, ਉਹਦੇ ਗੁਣ ਗਾਉਂਦਾ ਹਾਂ। ਗਾਵੇਂ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਜਿਹੜੇ ਗੰਭੀਰ ਔਰ ਧੀਰਜਵਾਨ ਮਤ ਵਾਲੇ ਜੋਗੀ ਜੰਗਮ ਹੋਏ ਹੈ, ਸਭ ਗੁਰੂ ਨਾਨਕ ਸਾਹਿਬ ਦੇ ਗੁਣਾਂ ਦਾ ਹੀ ਧਿਆਨ ਧਰਦੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵਿੱਚ ਪਰਮਾਤਮਾ ਹੀ ਗੁਣ ਹੈ। ਗਾਵੇਂ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਆ। ਇੰਦਰ ਵਰਗੇ, ਪ੍ਰਹਲਾਦ ਭਗਤ ਵਰਗੇ ਜਿਨ੍ਹਾਂ ਨੇ ਆਤਮ ਰਸ ਨੂੰ ਜਾਣਿਆ ਹੈ, ਉਹ ਤੇਰੇ ਗੁਣ ਗਾਉਂਦੇ ਹਨ ਗੁਰੂ ਨਾਨਕ ਸਾਹਿਬ ਜੀਓ। ਕਬ ਕੱਲ ਸੁਜਸ ਗਾਵੋਂ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਆ। ਕੱਲ ਸਹਾਰ, ਜਿਹਨੇ ਆਪਣੇ ਆਪ ਨੂੰ ਕੱਲ ਵੀ ਲਿਖਿਆ ਅਤੇ ਟੱਲ ਵੀ ਲਿਖਿਆ, ਤਿੰਨ ਨਾਮ ਹੈ ਉਹਨਾਂ ਦੇ। ਅੱਗੇ ਅਗਲੇ ਸਵਈਏ ਮਹੱਲੇ ਦੂਜੇ ਕੇ ਵਿੱਚ ਆਊਗੀ ਜ਼ਿਕਰ। ਬਿਨਾਂ ਅੰਕ ਬਦਲੇ ਤੋਂ ਤਿੰਨੇ ਨਾਮਾਂ ਦਾ ਜ਼ਿਕਰ ਕਰਿਆ ਭੱਟ ਜੀ ਨੇ। ਕੱਲ ਵੀ, ਕੱਲ ਸਹਾਰ ਵੀ ਔਰ ਟੱਲ ਵੀ। ਇਹ ਇੱਕੋ ਹੀ ਭੱਟ ਹੈ, ਤਿੰਨ ਨਹੀਂ ਹੈ। ਕਬ ਕੱਲ ਸੁਜਸ ਗਾਵੋਂ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਕੱਲ ਭੱਟ ਜੀ ਫਰਮਾ ਰਹੇ ਹੈ, ਮੈਂ ਵਧੀਆ ਸੋਹਣਾ ਜਸ ਗਾਉਂਦਾ ਹਾਂ ਗੁਰੂ ਨਾਨਕ ਦਾ, ਜਿਹਨੇ ਰਾਜ ਜੋਗ ਮਾਣਿਆ। ਰਾਜ ਜੋਗ ਕਿਵੇਂ? ਜਿਵੇਂ ਰਾਜਾ ਜਨਕ ਹੋਇਆ, ਉਹ ਰਾਜਾ ਵੀ ਸੀ ਅਤੇ ਅਧਿਆਤਮ ਦਾ ਵੀ ਅਧਿਐਨ ਕਰਦਾ ਸੀ, ਯਾਨੀ ਉਹ ਸੰਤ ਵੀ ਸੀਗਾ। ਐਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਹੈ, ਗ੍ਰਸਤੀ ਵੀ ਹੈ, ਜੋਗੀ ਵੀ ਹੈ ਅਤੇ ਰਾਜ ਵੀ ਹੈ। ਮਤਲਬ ਦੁਨੀਆ ਦੇ ਵਿੱਚ ਵਿਚਰ ਰਹੇ ਹੈ, ਦੁਨੀਆ ਨੂੰ ਛੱਡ ਕੇ ਨਹੀਂ ਗਏ। ਗਾਵੇਂ ਜਨਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਵ ਕਲਾ। ਜਨਕ ਰਾਜੇ ਵਰਗੇ ਵੀ ਤੈਨੂੰ ਗਾਉਂਦੇ, ਤੇਰੇ ਗੁਣਾਂ ਨੂੰ ਧਿਆਉਂਦੇ। ਉਹੀ ਜੁਗਤ ਜਾਣਦੇ ਹੈ, ਜੋਗੀਸ਼ਰਾਂ ਵਾਲੀ। ਹਰ ਰਸ ਪੂਰਨ ਸਰਵ ਕਲਾ, ਤੂੰ ਹਰ ਰਸ ਪੂਰਨ ਹੈ, ਸਾਰੀਆਂ ਕਲਾ ਸੰਪੂਰਨ ਹੈ। ਗੁਰੂ ਨਾਨਕ ਪਾਤਸ਼ਾਹ ਜੀ ਉਹ ਤੇਰੇ ਗੁਣ ਗਾਉਂਦੇ ਸਭ। ਗਾਵੇਂ ਸੰਕਾਦ ਸਾਧ ਸਿਧਾਦਕ,
ਮੁਨ ਜਨ ਗਾਵੇਂ ਛਲ ਛਲਾ। ਸਨਕ ਬ੍ਰਹਮਾ ਦੇ ਲੜਕੇ ਵੀ ਤੈਨੂੰ ਗਾਉਂਦੇ, ਸਿੱਧ ਸਾਧ ਮੁਨੀ ਜਨ ਤੈਨੂੰ ਅਛਲ ਛਲੇ ਨੂੰ ਗਾਉਂਦੇ ਆ। ਛਲ ਛਲੇ ਦਾ ਮਤਲਬ ਹੈ ਛਲਣ ਵਾਲੀ ਹੈ ਮਾਇਆ। ਅਛਲ ਜਿਹੜਾ ਮਾਇਆ ਤੋਂ ਛਲ ਨਹੀਂ ਹੁੰਦਾ, ਬਾਕੀ ਸਭ ਨੂੰ ਮਾਇਆ ਛਲਦੀ ਹੈ, ਉਹ ਤੈਨੂੰ ਗਾਉਂਦੇ ਆ। ਪਰਮਾਤਮਾ ਵੀ ਛਲ ਛਲਾ ਹੈ ਅਤੇ ਗੁਰੂ ਵੀ ਛਲ ਛਲਾ ਹੈ। ਗੁਰੂ ਨੂੰ ਵੀ ਮਾਇਆ ਨਹੀਂ ਭਰਮਾ ਸਕਦੀ, ਉਹ ਸਭ ਤੈਨੂੰ ਗਾਉਂਦੇ। ਗਾਵੈ ਗੁਣ ਧੋਮ ਅਟਲ ਮੰਡਲ ਵੈ, ਭਗਤ ਭਾਏ ਰਸ ਜਾਣਿਓ। ਧੋਮ ਇੱਕ ਰਿਸ਼ੀ ਹੋਇਆ ਔਰ ਧਰੂ ਅਟਲ ਮੰਡਲ ਵੈ, ਇਹ ਵੀ ਭਗਤੀ ਭਾਏ ਵਿੱਚ ਤੈਨੂੰ ਗਾ ਰਹੇ हैं, तेरा रस मान रहे हैं। कब कल सुजस गावों गुरु नानक राज जोग जिन मान्यो। कवि कल सहार गुरु नानक साहब ਦੇ ਚੰਗੇ ਗੁਣਾਂ ਨੂੰ ਗਾ ਰਿਹਾ ਹੈ, ਜਿਹਨੇ ਰਾਜ ਜੋਗ ਮਾਣਿਆ। ਗਾਵੇਂ ਕਪਲਾਦ ਆਦ ਜੋਗੇਸ਼ਰ, ਅਪਰੰਪਰ ਅਵਤਾਰ ਵਰੋ। ਕਪਲ ਮੁਨੀ ਆਦ ਜੋਗੀ ਜੋਗੀਸਰ ਵਧੀਆ ਜਿਹੜੇ ਜਾਣੀ ਕਿ ਪੁੱਗੇ ਹੋਏ ਜੋਗੀ ਸੀਗੇ, ਉਹ ਵੀ ਤੈਨੂੰ ਵਧੀਆ ਸੁੰਦਰ ਅਵਤਾਰ ਜਾਣ ਕੇ ਤੇਰਾ ਧਿਆਨ ਧਰਦੇ। ਗਾਵੇ ਜਮਦਗਨ ਪਰਸਰਾਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ। ਜਮਦਗਨ ਰਿਸ਼ੀ ਅਤੇ ਉਸਦਾ ਪੁੱਤਰ ਪਰਸਰਾਮ ਜੀ ਦੇ ਹੱਥ ਵਿੱਚ ਕੁਹਾੜਾ ਸੀ, ਕੁਠਾਰ, ਔਰ ਜਿਹਦਾ ਤੇਜ ਰਾਮਚੰਦਰ ਜੀ ਰਘੂਕੁਲ ਵਾਸੀ ਨੇ ਹਰ ਲਿਆ ਸੀਗਾ। ਜਦੋਂ ਯੁੱਗ ਬਦਲਿਆ ਤੇ ਪਰਸ਼ੁਰਾਮ ਦੇ ਹੱਥੋਂ ਕੁਹਾੜਾ ਗਿਰ ਪਿਆ, ਜਿਹਨੇ 21 ਵਾਰ ਕਛੱਤਰੀਆਂ ਦਾ ਵੱਧ ਕਰਿਆ ਸੀ। ਕਸਮ ਖਾਧੀ ਸੀ ਵੀ ਮੈਂ ਇਹ ਮੁਕਾ ਦੇਣੇ, ਲੇਕਿਨ ਜਦ ਯੁੱਗ ਬਦਲਿਆ ਤਾਂ ਰਾਮਚੰਦਰ ਜੀ ਦੇ ਹੱਥੋਂ ਉਹਨਾਂ ਦੀ ਹਾਰ ਹੋਈ। ਉਦੋਂ ਅਕਰੂਰ ਬਿਦਰ ਗੁਣ ਗਾਵੇ, ਸਰਵਾਤਮ ਜਿਨ ਜਾਣਿਓ। ਉਦੋਂ ਕ੍ਰਿਸ਼ਨ ਜੀ ਦਾ ਭਗਤ ਹੋਇਆ ਅਕਰੂਰ ਵੀ ਤੇ ਬਿਦਰ। ਬਿਦਰ ਬਹੁਤ ਚੰਗੇ ਗੁਣਾਂ ਵਾਲਾ ਦਾਸੀ ਦਾ ਪੁੱਤਰ ਸੀਗਾ, ਮਹਾਭਾਰਤ ਵਿੱਚ ਜ਼ਿਕਰ ਆਉਂਦਾ। ਉਹ ਵੀ ਤੇਰੇ ਗੁਣ ਗਾਉਂਦੇ ਗੁਰੂ ਨਾਨਕ ਪਾਤਸ਼ਾਹ ਜੀ। ਉਹ ਤੈਨੂੰ ਸਾਰੀਆਂ ਆਤਮਾ ਦਾ ਹਰੀ ਸਮਝ ਕੇ, ਜਿੰਨੀਆਂ ਵੀ ਆਤਮਾ ਹੈ ਉਹ ਸਰਵਾਤਮ ਹੈ, ਤੁਹਾਨੂੰ ਯਾਦ ਕਰਦੇ ਆ, ਜਾਣਦੇ ਆ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਨ। ਕਾਵੇਂ ਗੁਣ ਬਰਨ ਚਾਰ, ਖਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਣਾ। ਚਾਰੇ ਵਰਨ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਔਰ ਖਟ ਸ਼ਾਸਤਰ 6 ਸ਼ਾਸਤਰ ਬ੍ਰਹਮਾ ਵਰਗੇ ਤੇਰੇ ਗੁਣਾਂ ਨੂੰ ਸਿਮਰਦੇ ਆ। ਇਹ ਗੁਰੂ ਨਾਨਕ ਜੀ ਗਾਵੇਂ ਗੁਣ ਸੇਸ ਸਹਸ ਜੇਬਾ ਰਸ, ਆਦ ਅੰਤ ਲਿਵ ਲਾਗਤ ਨਾ। ਸ਼ੇਸ਼ਨਾਗ 1000 ਜੀਵ ਨਾਲ ਵੀ ਤੇਰੇ ਗੁਣ ਗਾਉਂਦਾ ਹੈ, ਧੁਨ ਲਾ ਕੇ। ਯੁੱਗ ਹੋ ਕੇ ਕਰਦੇ ਨੂੰ ਬੈਠੇ ਨੇ, ਭਾਵੇਂ ਕਿ ਉਹ ਤੇਰਾ ਇੱਕ ਗੁਣ ਵੀ ਨਹੀਂ ਜਾਣ ਸਕਿਆ। ਗੁਣ ਗਾਉਂਦਾ ਹੈ ਲੇਕਿਨ ਸਮਝ ਕੁਛ ਨਹੀਂ ਆਈ ਉਹਨੂੰ ਹੁਣ ਤੱਕ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣੇ। ਮਹਾਦੇਵ ਬੈਰਾਗੀ ਸ਼ਿਵ ਜੀ ਧਿਆਨ ਲਾ ਕੇ ਨਿਰੰਤਰ, ਉਹ ਵੀ ਤੈਨੂੰ ਜਾਣ ਰਿਹਾ, ਤੈਨੂੰ ਧਿਆ ਰਿਹਾ। ਲੇਕਿਨ ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਇਹ ਵੀ ਜ਼ਿਕਰ ਆਉਂਦਾ ਵੀ ਇੱਕ ਤਿਲ ਵੀ ਨਹੀਂ ਜਾਣਿਆ, ਨਾ ਬ੍ਰਹਮਾ ਨੇ, ਨਾ ਮਹੇਸ਼ ਨੇ, ਮਹਾਦੇਵ ਨੇ, ਨਾ ਸ਼ੇਸ਼ਨਾਗ ਨੇ। ਗਾਉਂਦੇ ਹੈ, ਗਾਉਂਦੇ ਤਾਂ ਤੈਨੂੰ ਪਰਬਤ ਵੀ ਹੈ, ਪਹਾੜ ਵੀ ਹੈ, ਪਾਣੀ ਅੱਗ ਸਭ ਧਿਆਉਂਦੇ ਤੈਨੂੰ, ਪਸ਼ੂ ਪੰਛੀ। ਪਰ ਜਿਵੇਂ ਤੈਨੂੰ ਗੁਰੂ ਨਾਨਕ ਸਾਹਿਬ ਨੇ ਧਿਆਇਆ ਹੈ, ਐਕਣ ਨਹੀਂ ਕਿਸੇ ਨੇ ਵੀ ਧਿਆਇਆ। ਗਾਉਂਦੇ ਹੈ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ। ਤੈਂ ਰਾਜ ਜੋਗ ਨੂੰ ਮਾਣਿਆ, ਨਿਰਵੈਰ ਹੈ, ਹਿਰਦੇ ਦੇ ਵਿੱਚ ਤੇਰੇ ਕੋਈ ਵੈਰ ਨਹੀਂ। ਸ੍ਰਿਸ਼ਟ ਸਗਲ ਉਧਾਰੀ ਨਾਮ ਲੈ ਤਰਿਓ ਨਿਰੰਤਰ। ਸਾਰੀ ਸ੍ਰਿਸ਼ਟੀ ਦਾ ਤੈਂ ਉਧਾਰ ਕਰਿਆ ਹੈ ਪਾਤਸ਼ਾਹ ਜੀਓ। ਨਾਮ ਨੂੰ ਵਡਿਆਈ ਦਿੱਤੀ ਹੈ, ਇਹਦੇ ਨਾਲ ਸਾਰੇ ਸ੍ਰਿਸ਼ਟੀ ਦਾ ਉਧਾਰ ਹੋਇਆ, ਨਿਰੰਤਰ ਹੋ ਰਿਹਾ। ਗੁਣ ਗਾਵੇਂ ਸਨਕਾਦ ਆਦ ਜਨਕਾਦ ਜੁਗੈ ਲਗ। ਸਨਕ ਜਿਹੜੇ ਬ੍ਰਹਮਾ ਦੇ ਪੁੱਤਰ ਹੈ, ਸਨਕਾਦ, ਸਨਕ ਸਨੰਦਨ ਆਦ ਔਰ ਜਨਕ ਰਾਜੇ ਵਰਗੇ ਯੁੱਗਾਂ ਤੋਂ ਤੈਨੂੰ ਧਿਆਉਂਦੇ। ਧੰਨ ਧੰਨ ਗੁਰ ਧੰਨ ਜਨਮ ਸਕਿਅਥ ਭਲੋ ਜਗ। ਤੇਰਾ ਜਿਹੜਾ ਜਨਮ ਹੈ ਉਹ ਧੰਨ ਹੈ, ਸਫਲ ਹੈ ਜੱਗ ਦੇ ਵਿੱਚ, ਤੂੰ ਧੰਨ ਧੰਨ ਹੈ।
ਪਾਤਾਲਪੁਰੀ ਜੈਕਾਰ ਤੁਨ ਕਵਜਨ ਕੱਲ ਵਖਾਣਿਓ। ਪਤਾਲ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋ ਰਹੀ ਹੈ। ਇਹ ਕਲਸਹਾਰ ਭੱਟ ਕਹਿ ਰਿਹਾ। ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣੇ। ਇਹ ਗੁਰੂ ਨਾਨਕ ਪਾਤਸ਼ਾਹ ਜੀਓ, ਗੁਰੂ ਜੀਓ, ਤੈਂ ਹਰੀ ਦਾ ਨਾਮ ਰਸ ਰਸ ਕੇ ਆਨੰਦ ਦੇ ਨਾਲ ਮਾਣਿਆ, ਧਿਆਇਆ ਔਰ ਰਾਜ ਜੋਗ ਮਾਣਿਆ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਭੱਟ ਜੀ ਫਰਮਾ ਰਹੇ ਹੈ ਵੀ ਸਤਜੁਗ ਦੇ ਵਿੱਚ ਵੀ ਬਲ ਰਾਜੇ ਦਾ ਹੰਕਾਰ ਤੋੜਨ ਵਾਸਤੇ ਤੂੰ ਬੌਨਾ ਬਣ ਕੇ ਆਇਆ ਸੀਗਾ, ਉਹ ਵੀ ਤੂੰ ਹੀ ਸੀਗਾ। ਤ੍ਰੇਤੇ ਤੈਂ ਮਾਣਿਓ ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਦੇ ਵਿੱਚ ਤੈਂ ਰਾਮ ਰਘੁਵੰਸ਼ ਕਹਾਇਆ, ਰਾਮ ਜੀ ਬਣ ਕੇ ਆਇਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਵਿੱਚ ਕ੍ਰਿਸ਼ਨ ਮੁਰਾਰੀ ਬਣ ਕੇ ਆਇਆ, ਕੰਸ ਦਾ ਵੱਧ ਕਰਿਆ, ਉਹਦੇ ਉੱਤੇ ਐਸਾ ਕਿਰਤਾਰਥ ਕਰਿਆ। ਉਗਰ ਸੈਨ ਕੋ ਰਾਜ ਅਵੈ ਭਗਤੈ ਜਾਂਦੀ। ਉਗਰ ਸੈਨ ਤੋਂ ਰਾਜ ਕੰਸ ਨੇ ਖੋਲਿਆ ਸੀ, ਉਹ ਤਾਂ ਉਹਨੂੰ ਵਾਪਸ ਦਵਾਇਆ ਔਰ ਭਗਤਾਂ ਨੂੰ ਅਭੈ ਦਾਨ ਦਿੱਤਾ। ਨਿਡਰਤਾ ਦਾ ਦਾਨ, ਨਿਰਭੈਤਾ ਦਾ ਦਾਨ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਹੁਣ ਕਲਯੁਗ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ ਵੀ ਗੁਰੂ ਨਾਨਕ ਸਾਹਿਬ ਔਰ ਤੈਂ ਅੰਗਦ ਵੀ ਅਮਰਦਾਸ ਵੀ ਤੂੰ ਹੀ ਹੈ, ਇਹ ਕਹਾਇਆ ਤੈਂ। ਮਤਲਬ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਸਭ ਤੇਰੇ ਹੀ ਰੂਪ ਹੈ। ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਆਦਿ ਪੁਰਖ ਪਰਮਾਤਮਾ ਨੇ ਤੁਹਾਨੂੰ ਅਟਲ ਅਵਚਲ ਰਾਜ ਦਿੱਤਾ ਹੈ, ਨਾ ਮਿਟਣ ਵਾਲਾ। ਦੁਨੀਆ ਸਭ ਰਾਜੇ ਮਿਟ ਜਾਂਦੇ, ਤੁਹਾਡਾ ਰਾਜ ਨਿਸ਼ਚਲ ਹੈ, ਅਟਲ ਹੈ, ਅਵਚਲ ਹੈ, ਸਟੇਸ਼ਨਰੀ ਹੈ। ਸਾਧ ਸੰਗਤ ਜੀ, ਉਹ ਇੱਥੋਂ ਇਹ ਨਹੀਂ ਸਮਝ ਲੈਣਾ ਵੀ ਗੁਰੂ ਨਾਨਕ ਜਿਹੜਾ ਕਵੀ ਹੈ ਕਲਸਹਾਰ, ਉਹ ਇਹਨਾਂ ਅਵਤਾਰਾਂ ਦੀ ਵਡਿਆਈ ਕਰ ਰਿਹਾ। ਦੇਖੋ, ਇਹ ਗੁਰਬਾਣੀ ਦੀ ਸਮੱਗਰਤਾ ਵਿੱਚੋਂ ਗੱਲ ਪ੍ਰਗਟ ਹੋਣੀ ਹੈ। ਪਰਮਾਤਮਾ ਨੂੰ ਕਿਸੇ ਵੀ ਰੂਪ ਦੇ ਵਿੱਚ ਧਿਆਇਆ ਜਾ ਸਕਦਾ। ਪਰਮਾਤਮਾ ਬੌਨਾ ਬਣ ਕੇ ਵੀ ਆਇਆ, ਉਹ ਵੀ ਤਾਂ ਉਹੀ ਸੀਗਾ। ਕ੍ਰਿਸ਼ਨ ਜੀ ਬਣ ਕੇ ਆਇਆ, ਉਹ ਵੀ ਉਹੀ ਸੀ। ਰਾਮਚੰਦਰ ਜੀ ਬਣ ਕੇ ਆਇਆ, ਉਹ ਵੀ ਉਹੀ ਸੀ। ਲੇਕਿਨ ਗੁਰਬਾਣੀ ਇਹ ਵੀ ਫਰਮਾਉਂਦੀ ਹੈ ਵੀ ਇਹਨਾਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ, ਇੱਕ ਤਿਲ ਜਿੰਨਾ ਵੀ ਉਹਨੂੰ ਅੰਤ ਨਹੀਂ ਪਾਇਆ, ਉਹਦਾ ਜਾਣ ਨਹੀਂ ਸਕੇ। ਉਹਨੇ ਬ੍ਰਹਮਾ ਲੱਖਾਂ ਵਾਰੀ ਪਾਠ ਕਰਕੇ ਵੇਦਾਂ ਦਾ ਰਚ ਕੇ ਉਹਨੂੰ ਇੱਕ ਤਿਲ ਜਿੰਨੀ ਪਛਾਣ ਨਹੀਂ ਹੋਈ। ਲੱਖ ਲੱਖ ਬਰਮੇ ਵੇਦ ਪੜ੍ਹ ਇਕਸ ਅੱਖਰ ਭੇਦ ਨਾ ਜਾਤਾ। ਜੋਗ ਧਿਆਨ ਮਹੇਸ਼ ਲਖ। ਜੋਗੀ शिव जी ने भी बहुत ध्यान लगाया, लेकिन तेरा रूप रंग कुछ नहीं पछाण सकिया। ये है गुरबाणी की समग्रता। इत्थों झौला पैंदा है। बहुत सारे सिखां नूं पुछदे भी हैं सवाल भी, जदों परमात्मा नूं कहा गया भी तू यही सीगा, तू बलराजे का मान तोड़ने वाला भी सी, तू कृष्ण जी बन के आया, तू रामचंद्र जी बन के आया, भी फिर वो तो रब्बे है नहीं। इस तरह की गल गुरबाणी ने नहीं पाई। परमात्मा नूं तां आपां कुछ भी कह सकते हैं, पशु पंछी भी कह सकते हैं, पहाड़ भी कह सकते हैं, अग्नि भी कह सकते हैं। और कहा गया राजा जनक की वडियाई आई है तो देवकी माता की भी वडियाई आई है। कृष्ण जी की माता सी, धन धन तू माता देवकी, ये शब्द भी आता है। तो कृष्ण जी के बाल रूप की भी वडियाई अगे भट्टां दे सवैयां च आउंदी है। परमात्मा नूं कुछ भी कहा जा सकता है, वो हर जगह विराजमान है, सर्वात्म है, हमेशा तो है। लेकिन जिहड़ी उहदी क्रिएशन है, इट कैन नॉट बी गॉड। क्रिएशन नूं परमात्मा नहीं कहा जा सकता। आपां ये कह सकते हैं भी परमात्मा अवतार हैं जिन्ने होए हैं, उन्हां दे विच ओही सीगा, लेकिन अवतारां नूं परमात्मा नहीं मन्निया गया गुरबाणी च। ये जगह जगह बहुत जगह जिक्र आउंदा, बल्कि नैगेटिव क्वालिटीज़ जोड़ियां गईयां उन्हां दे नाल गुरबाणी दे विच। फिर उत्थों समझ आ जाती है भी असल च कहना क्या चाहुंदे कवि जन। ਜਿਹੜੇ ਭੱਟ ਸਾਹਿਬਾਨ ਸੀਗੇ ਉਹਨਾਂ ਦਾ ਪਿਛੋਕੜ ਸਨਾਤਨੀ ਸੀਗਾ, ਉਹਨਾਂ ਦੀ ਵਿੱਦਿਆ ਵੀ ਸਨਾਤਨੀ ਸੀਗੀ। ਉਹ ਤਾਂ ਜਦੋਂ ਗੁਰੂ ਸਾਹਿਬ ਦੀ ਚਰਨ ਛੋਹ ਹੋਈ ਤਾਂ ਉਹਨਾਂ ਨੂੰ ਆ ਕੇ ਗਿਆਨ ਹੋਇਆ, ਨਹੀਂ ਤਾਂ ਪਹਿਲਾਂ ਉਹਨਾਂ ਦੇ ਅੰਦਰ ਸਾਰਾ ਮਿਥਿਆਸ ਹੀ ਸੀਗਾ। ਉਹ ਮਿਥਿਆਸ ਦਾ ਜ਼ਿਕਰ ਬਾਰ-ਬਾਰ ਕਰ ਰਹੇ ਹਾਂ। ਆ ਸਾਰਾ ਮਿਥਿਆਸ ਤਾਂ ਹੈਗਾ ਉਦੋਂ ਅਕਰੂਰ, ਬਿਦਰ ਔਰ ਧੂਮ,
मांधाता, ये सारे मिथ्यास दियां दे राजे और ऋषि होए हैं, ये उन्हां दे अंदर सी सारा कुछ। तो गुरबाणी का ये फरमान है भी सब तू ही है, सब गोविंद है, सब गोविंद है, सब गोविंद, गोविंद बिन नहीं कोई। ये भी गुरबाणी च फरमान है बई वक्ता भी तू ही है और स्रोता भी तू ही है, मच्छी भी तू ही है, जाल भी तू ही है, मच्छी नूं फड़ने वाला भी तू ही है, और मच्छी नूं फड़न खातर जिहड़ी अंदर बोट रखे जांदा कोई जीव, वो भी तू ही है, सब तू ही है, फुल भी तू ही है, कंडा भी तू ही है, अमृत भी तू ही है, शराब भी तू ही है। जदों मंथन करिया ना समुंदर दा देवी देवतियां ने, उदों भी विचों शराब निकली है, अमृत भी निकलिया। मतलब कहण दा भी सारा कुछ तू ही है, तेरे तो बाहर कुछ भी नहीं है। उस लहजे च ये शब्द आया होया है, गुण गावे रविदास भगत जयदेव त्रिलोचन। बाबा रविदास जी, भगत जयदेव जी, त्रिलोचन जी, नामा भगत कबीर सदा गावें समलोचन। नामदेव जी, कबीर जी, सब तैनू ध्याउने, तैनू समान नेत्रां वाला जान के गाउने। तू ऊच नीच हिंदू मुसलमानों नूं इक्को नज़र नाल देखण वाला जिवें परमात्मा है, उस तरह गुरु नानक साहब है। भगत बेण गुण रवै, बेणी भगत इन्हां दी बाणी भी हैगी गुरु ग्रंथ साहब जी विच। तो बेणी भगत भी तेरे गुण गाउंदा, सहज आत्म रंग माणे। जिन्हें आत्मा रंग यानी परमात्मई रंग जिन्हों चढ़िया माणिया, वो बेणी भगत भी तेरे गुण गाउंदा। जोग ध्यान गुर ज्ञान बिना प्रभ अवर न जाना। गुरु दे ज्ञान दे विच जिहड़ा जोग ध्यान बनदा है, उस तो बिना, प्रभु तो बिना होर किसे नूं नहीं जानदा बेणी भगत। बाकी भी इस तरह ही है सब। सुखदेव परीखत गुण रवै गौतम रेख जस गायो। परीक्षित राजा पांडो जिन्हों सुखदेव तो सिक्ख्या मिली सी, वो भी तेनों गाउने। गौतम ऋषि भी तेरा जस करदा। कवि जस कवि कल सुजस नानक गुर नित नवतन जग छायो। भट्ट कल सहार जी कहने हैं, हे गुरु पातशाह जियो, नित नित नवा नवा तेरा जस जग दे उत्ते छा रहा, तेरी वडियाई हो रही। गुण गावें पयाल भगत नागाद भयंगम। पताल दे विच जिहड़े सप वगैरह हैगे हैं, नाग, वो भी तेरे गुण गाउने। महादेव गुण रवै सदा जोगी जत जंगम। महादेव बैरागी भी तेरे गुण गाउंदा, जोगी जंगम सब तेरे गुण गाउने। गुण गावे मुन व्यास जिन वेद व्याकरण विचारे। व्यास मुनि भी तेरा जस करदा है, जिन्हें वेद व्याकरण विचारिया। ये सारी वडियाई हे गुरु नानक पातशाह जी वो तेरी ही है। ਜਿਹੜੇ भी भगत परमात्मा के गुण गाउंदे रहे हैं, वो सब तेरे ही गुण है असल में। ब्रह्मा गुण उचरै जिन हुक्म सब सृष्ट सवारी। जिन्हें ब्रह्मा ने सारी सृष्टि सवारी है, वो भी तेरे गुण गाउंदा। हुण इत्थे फिर वो ख्याल टोटैलिटी चों पता लगना है, समग्रता चों पता लगना भी सृष्टि ब्रह्मा ने बनाई है या परमेश्वर ने बनाई है। जिहड़ा मिथ्यास का ख्याल है वो भी नाल नाल चलदा है, ते जिहड़ा गुरबाणी का ख्याल है वो भी नाल नाल चलदा है। सृष्टि परमात्मा ने बनाई है, ब्रह्मा भी परमात्मा ने बनाया। ब्रह्मा सृष्टि का बनाने वाला नहीं मन्निया जाता गुरबाणी च। हालांकि मिथ्यास दे विच जिक्र आउंदा, उहदे हवाले जरूर आउने, और भी उही बात है। ब्रह्मा गुण उचरै जिन हुक्म सब सृष्ट सवारी। जपजी साहब के शुरू विच आउंदा है, वो वेखै उन्हां नज़र ना आवे बहुता ए बिडान। एक संसारी, एक भंडारी, एक लाए दीवान। ये जिहड़े तिन्ने देवते हैं ब्रह्मा विष्णु महेश मन्ने जाते हैं मिथ्यास दे विच, इन्हां दा अपना अपना काम है, ड्यूटी है। पर गुरु नानक साहब फरमाउने हैं भी परमात्मा इन्हां नूं देखदा, इन्हां नूं परमात्मा दिखदा कोई नहीं, बहुता ये विडान। ये देखो आश्चर्यता, ये है गुरमत दा ख्याल। ब्रह्मंड खंड पूर्ण ब्रह्म गुण निर्गुण सम जाणियो। ब्रह्मंडां विच खंडां विच पूर्ण ब्रह्म नूं जानन वाला
ਗੁਰੂ ਨਾਨਕ ਸਾਹਿਬ ਤੂੰ ਹੀ ਹੈ। ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਨ, ਗੁਣ ਗਾਵੇਂ ਨਵਨਾਥ ਧਨ ਗੁਰ ਸਾਜ ਸਮਾਇਓ। ਨੌ ਨਾਥ ਵੀ ਤੇਰੇ ਗੁਣ ਗਾਉਨੇ। हे ਗੁਰੂ ਜੀਓ, ਤੂੰ ਸੱਚ ਦੇ ਵਿੱਚ ਸਮਾਇਆ ਹੈ, ਤੇਰੇ ਗੁਣ ਹਰ ਇੱਕ ਸ੍ਰਿਸ਼ਟੀ ਗਾ ਰਹੀ ਹੈ। ਨੌ ਨਾਥ ਵੀ ਤੇਰਾ ਗੁਣ ਗਾ ਰਹੇ ਹੈ। ਮਾਂ ਦਾਤਾ ਗੁਣ ਰਵੈ ਜਿਨ ਚੱਕਰ ਵੈ ਕਹਾਇਓ। ਚੱਕਰਵਤੀ ਕਹਾਉਣ ਵਾਲਾ ਮਾਂ ਦਾਤਾ, ਇਹ ਰਾਜਾ ਵੀ ਤੇਰੇ ਗੁਣ ਗਾ ਰਿਹਾ। ਦੇਖੋ ਕਿਵੇਂ ਮਿਥਿਆਤ ਦਾ ਜ਼ਿਕਰ ਕਰਿਆ ਭੱਟ ਸਾਹਿਬਾਨਾਂ ਨੇ। ਗੁਣ ਗਾਵੇ ਬਲਰਾਓ ਸਬਤ ਪਤਾਲ ਬਸੰਤੋ। ਬਲ ਰਾਜਾ ਜਿਹੜਾ ਕਿ ਛਲ ਲਿਆ ਗਿਆ ਸੀਗਾ ਦਾਨ ਕਰਨ ਦੇ ਬਹਾਨੇ, ਬੌਨੇ ਅਵਤਾਰ ਦੁਆਰਾ, ਇੱਕ ਸਾਖੀ ਹੈ ਮਿਥਿਆਤ ਦੀ। ਉਹ ਵੀ ਪਤਾਲ ਦੇ ਵਿੱਚ ਚਲਾ ਗਿਆ, ਪਰ ਗੁਣ ਤੇਰੇ ਹੀ ਗਾਉਂਦਾ ਹੈ, ਔਰ ਤੂੰ ਉਹਦੇ ਆਲੇ ਦੁਆਲੇ ਪਰਿਕਰਮਾ ਵੀ ਕਰ ਰਿਹਾ। ਇਹ ਵੀ ਮਿਥਿਆਸ ਵਿੱਚ ਜ਼ਿਕਰ ਆਉਂਦਾ। ਅੱਜ ਹੂੰ ਬਲ ਕੇ ਦੁਆਰ ਕਰੋ। ਬਲ ਰਾਜਾ ਭਾਵੇਂ ਗਲਤੀ ਕਰਕੇ ਹੇਠਾਂ ਚਲੇ ਗਿਆ ਪਤਾਲ ਵਿੱਚ, ਜਦ 2.5 ਕਰਮਾਂ ਮਿਣੀਆਂ, ਪਰ ਫਿਰ ਵੀ ਪਰਮਾਤਮਾ ਉਹਦੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ ਪਤਾਲ ਦੇ ਵਿੱਚ। ਇਹ ਵੀ ਗੱਲ ਜ਼ਿਕਰ ਗੁਰਬਾਣੀ ਚ ਆਉਂਦੀ ਹੈ। ਮਤਲਬ ਹੈ ਨਾਮ ਦੀ ਵਡਿਆਈ ਹੈ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਭਰਥਰੀ ਵੀ ਤੇਰੇ ਗੁਣ ਗਾਉਂਦਾ ਜੋਗੀ, ਔਰ ਉਹ ਸਮਝਦਾ ਜਿਹੜਾ ਉਹਦਾ ਗੁਰੂ ਸੀ ਗੋਰਖ, ਉਹਦੇ ਨਾਲ ਉਹ ਹਮੇਸ਼ਾ ਰਹਿੰਦਾ ਸੀਗਾ, ਉਹ ਵੀ ਤੇਰੇ ਹੀ ਗੁਣ ਗਾਉਂਦਾ ਹੈ। ਜਿਹੜੇ ਗੋਰਖ ਦੇ ਗੁਣ ਗਾਉਣੇ, ਉਹ ਵੀ ਗੁਰੂ ਨਾਨਕ ਸਾਹਿਬ ਤੇਰੇ ਹੀ ਗੁਣ ਹੈ। ਪਰਮਾਤਮਾ ਨੂੰ ਗੁਰੂ ਨਾਨਕ ਦੇ ਰੂਪ ਚ ਦੇਖ ਰਿਹਾ ਜਿਹੜਾ ਕਲਸਹਾਰ ਭੱਟ ਹੈ। ਦੂਰਵਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ। ਦੁਰਵਾਸਾ ਰਿਸ਼ੀ, ਪੁਰੂ ਰਾਜਾ ਤੇ ਅੰਗਰ ਰਿਸ਼ੀ, हे ਗੁਰੂ ਨਾਨਕ ਸਾਹਿਬ ਜੀ, ਉਹ ਤੇਰੇ ਗੁਣ ਗਾ ਰਹੇ। ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ। ਤੋ ਇਹ ਜਿਹੜੇ 10 ਸਵਈਏ ਹੈ ਮਹੱਲੇ ਪਹਿਲੇ ਕੇ, ਕਿ ਕਵੀ ਭੱਟ ਕਲਸਹਾਰ, ਉਹਨਾਂ ਦੇ ਕਲਸਹਾਰ ਸਭ ਤੋਂ ਸ਼੍ਰੋਮਣੀ ਭੱਟ ਹੋਇਆ। ਉਹ ਗੁਰੂ ਨਾਨਕ ਸਾਹਿਬ ਨੂੰ ਉਸ ਨਿਗਾਹ ਨਾਲ ਦੇਖਦੇ ਜਿਹੜਾ ਸਿੱਖ ਨੂੰ ਦੇਖਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦਾ ਰੂਪ ਗੁਰੂ ਨਾਨਕ ਹੈ। ਉਹ ਮਿਥਿਆਸ ਦੇ ਜਾਣਕਾਰ ਸੀਗੇ। ਉਹਨਾਂ ਨੇ ਮਿਥਿਆਸ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਪਰਿਕਰਮਾ ਕਰਦੇ ਦਿਖਾਇਆ ਗਿਆ। ਜਿਵੇਂ ਰਿਸ਼ੀ ਮੁਨੀ ਸਭ ਰਾਜੇ ਮਹਾਰਾਜੇ ਚੱਕਰਵਰਤੀ ਪਰਮਾਤਮਾ ਨੂੰ ਧਿਆਉਂਦੇ ਸੀਗੇ, ਤੋ ਭੱਟ ਦੀ ਨਿਗਾਹ ਵਿੱਚ ਉਹ ਸਭ ਗੁਰੂ ਨਾਨਕ ਦੇ ਗੁਣ ਹੈ। ਉਹ ਗੁਰੂ ਨਾਨਕ ਨੂੰ ਧਿਆ ਰਹੇ ਹਨ। ਤੋ ਸਾਧ ਸੰਗਤ ਜੀਓ, ਇਹ ਤਾਂ ਅਸੀਂ ਅੱਜ ਦੀ ਵਿਚਾਰ ਭੱਟਾਂ ਬਾਰੇ 'ਚ ਬਹੁਤ ਸਾਰਾ ਵਿਚਾਰ ਕਰਨ ਵਾਲਾ, ਉਹ ਕੱਲ੍ਹ ਨੂੰ ਜਾਂ ਪਰਸੋਂ ਅੱਗੇ ਜਿਵੇਂ ਜਿਵੇਂ ਆਉਂਦਾ ਜਾਊਗਾ ਫਿਰ ਕਰਦੇ ਜਾਵਾਂਗੇ ਆਪਾਂ। ਆ ਦੇਖੋ ਇੱਥੇ 10 ਅੰਕ ਸਮਾਪਤ ਹੋ ਗਿਆ। 10 ਅੰਕ ਸਮਾਪਤ ਹੋਣ ਦਾ ਮਤਲਬ ਹੈ ਵੀ ਕਲਸਹਾਰ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੇ ਵਿੱਚ 10 ਸਵਈਏ ਉਚਾਰੇ। ਪਹਿਲਾਂ 20 ਸਵਈਏ ਪੰਚਮ ਪਾਤਸ਼ਾਹ ਦੇ ਆਏ ਹੈ। ਇਹ ਗਿਣਤੀ ਇਸ ਤਰ੍ਹਾਂ ਵੱਧਦੀ ਜਾਊਗੀ, ਨਾਲ ਦੀ ਨਾਲ ਇਹਦਾ ਜ਼ਿਕਰ ਵੀ ਗੁਰਬਾਣੀ ਚ ਆਉਂਦਾ। ਫਿਰ ਆਪਾਂ ਨੂੰ ਪਤਾ ਲੱਗ ਜਾਣਾ ਵੀ 11 ਹੀ ਭੱਟ ਹੋਏ ਹੈ, ਹੋਰ ਨਹੀਂ ਕੋਈ ਵੀ ਹੋਇਆ। ਕਿਸੇ ਭੱਟ ਨੇ ਆਪਣੇ ਆਪ ਨੂੰ 10 ਲਿਖ ਦਿੱਤਾ ਤੇ ਗਿਣਨ ਵਾਲਿਆਂ ਨੇ 10 ਨੂੰ ਵੀ ਇੱਕ ਭੱਟ ਬਣਾ ਲਿਆ। ਕਲਸਹਾਰ ਨੂੰ ਵੀ ਭੱਟ ਮੰਨ ਲਿਆ, ਕੱਲ ਨੂੰ ਵੀ ਭੱਟ ਮੰਨ ਲਿਆ, ਤੇ ਆਪਣਾ ਟੱਲ ਨੂੰ ਵੀ ਭਗਤ ਮੰਨ ਲਿਆ, ਭੱਟ ਮੰਨ ਲਿਆ। ਹਾਲਾਂਕਿ ਕਲਸਹਾਰ ਕੱਲ ਔਰ ਟੱਲ ਇੱਕੋ ਹੀ ਹੈ। ਕੱਲ ਨੂੰ ਅਗਲੇ ਦਿਨ ਵਿਚਾਰ ਹੋਊਗੀ ਜਿੱਥੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਲਸਹਾਰ ਨੇ ਸਵਈਏ ਉਚਾਰੇ ਹੈ, ਉੱਥੇ ਤਿੰਨੇ ਲਫ਼ਜ਼ ਆਪਣੇ ਵਾਸਤੇ ਵਰਤੇ ਉਹਨਾਂ ਨੇ। ਤੋ ਜਦ ਅੰਕ ਨਹੀਂ ਬਦਲਦਾ, ਸਵਈਏ ਉਹਨਾਂ ਦੇ ਗਿਣਤੀ ਉਸੇ ਤਰ੍ਹਾਂ ਜਾਰੀ ਹੈ। 10 ਹੈ ਗੁਰੂ ਅੰਗਦ ਸਾਹਿਬ ਜੀ ਦੇ, ਤੋ ਉਹਨੂੰ ਆਪਾਂ ਅਲੱਗ ਭੱਟ ਮੰਨ ਨਹੀਂ ਸਕਦੇ ਤਿੰਨਾਂ ਦੇ। ਚਲੋ ਇਹ ਵਿਚਾਰ ਅੱਗੇ ਆ ਜਾਏਗੀ। ਫਿਰ ਬਾਕੀ ਵਿਚਾਰ ਸਾਧ ਸੰਗਤ ਜੀ ਹੋਰ ਪਹਿਲਾਂ ਗਰੁੱਪਾਂ ਵਿੱਚ ਤਾਂ ਇਹ ਵਿਚਾਰਾਂ ਹੁੰਦੀਆਂ ਰਹਿੰਦੀਆਂ, ਕਿਉਂਕਿ ਇਹ ਬਾਹਰ ਵੀ ਜਾਣੀ ਹੈ ਸਾਊਂਡ ਕਲਾਊਡ 'ਤੇ, YouTube 'ਤੇ। ਬਾਕੀ ਸੰਗਤ ਨੇ ਵੀ ਸਾਂਝੀ ਕਰਨੀ ਹੈ, ਸੁਣਨੀ ਹੈ, ਦੇਖਣੀ, ਪੜ੍ਹਨੀ ਹੈ, ਵਿਚਾਰਨੀ ਹੈ। ਤਾਂ ਉਹ ਵਿਚਾਰ ਆਪਾਂ ਕਰਨੀ ਹੈ। ਰਿਲੇਟਿਵਿਟੀ ਦੀ ਥਿਊਰੀ ਜਿਹੜੀ ਆਇਨਸਟਾਈਨ ਦੀ ਹੈ, ਉਹ ਗੁਰਬਾਣੀ 'ਤੇ ਜਾਂ ਧਰਮ ਦੇ ਉੱਤੇ ਕਿਵੇਂ ਲਾਗੂ ਹੁੰਦੀ ਹੈ, ਉਹਦੀ ਵਿਚਾਰ ਕਰਨੀ। ਅੱਜ ਤੋਂ 60-70 ਸਾਲ ਪਹਿਲਾਂ ਸਾਇੰਸਦਾਨ ਟਾਈਮ ਐਂਡ ਸਪੇਸ ਨੂੰ ਐਬਸੋਲਿਊਟ ਮੰਨਦੇ ਸੀ, ਰੋਸ਼ਨੀ ਨੂੰ ਵੀ ਐਬਸੋਲਿਊਟ ਮੰਨਦੇ ਸੀ। ਐਬਸੋਲਿਊਟ ਦਾ ਮਤਲਬ ਹੁੰਦਾ ਹੈ
ਜਿਹੜਾ ਕਿਤੇ ਵੀ ਨਾ ਬਦਲੇ, ਉਸੇ ਤਰ੍ਹਾਂ ਰਹੇ ਜਿਵੇਂ ਰੱਬ ਹੈ। ਪਰ ਆਈਨਸਟਾਈਨ ਨੇ ਸਭ ਕੁਝ ਇਹ ਡਿਸਪਰੂਵ ਕਰ ਦਿੱਤਾ। ਉਹ ਕਹਿੰਦਾ ਵੀ ਹਰ ਇੱਕ ਚੀਜ਼ ਰਿਲੇਸ਼ਨ ਵਿੱਚ ਹੈ, ਰਿਲੇਟਿਵ ਹੈ, ਇਹ ਨਾਨ ਰਿਲੇਟਿਵ ਨਹੀਂ ਹੈ ਪਰਮਾਤਮਾ ਦੀ ਤਰ੍ਹਾਂ। ਤੋ ਸਾਰੀ ਸਾਇੰਸ ਦਾ ਨਜ਼ਰੀਆ ਬਦਲ ਗਿਆ। ਹੁਣ ਸਾਇੰਸ ਵਾਲੇ ਵੀ ਮੰਨਦੇ ਆ, ਚਾਹੇ ਗੋਡ ਪਾਰਟੀਕਲ ਕਰਕੇ ਮੰਨਣ, ਨਾਮ ਕੁਛ ਵੀ ਦਵੇਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਗੱਲ ਕੁਛ ਹੋਰ ਹੈ। ਜਿਹੜਾ ਵਿਵਹਾਰਕ ਸੱਚ ਹੈ ਸਾਹਮਣੇ ਦਿਖਦਾ ਉਹ ਹੋਰ ਹੈ, ਪਰਮਾਰਥਕ ਸੱਚ ਹੋਰ ਹੈ। ਇਹਦੀ ਵਿਚਾਰ ਕਰਦੇ ਹਾਂ ਆਪਾਂ। ਰਿਲੇਟਿਵਿਟੀ ਦਾ ਮਤਲਬ ਹੁੰਦਾ ਰਿਸ਼ਤੇਦਾਰੀ, ਇਨ ਰਿਲੇਸ਼ਨ। ਜਿਵੇਂ ਕੋਈ ਬੰਦਾ ਸਾਡਾ ਪਿਓ ਹੈ, ਕੋਈ ਚਾਚਾ ਹੈ, ਕੋਈ ਸਹੁਰਾ ਹੈ, ਕੋਈ ਦਾਦਾ ਹੈ, ਇਹ ਸਭ ਰਿਲੇਸ਼ਨ ਵਿੱਚ ਹੈ ਇੱਕ ਦੂਜੇ ਦੇ। ਜੇ ਰਿਲੇਸ਼ਨ ਹੈ ਤਾਂ ਹੈਗੇ ਆ, ਨਹੀਂ ਤਾਂ ਨਹੀਂ ਹੈ। ਹੁਣ ਕਿਵੇਂ ਹੈ ਇਹ ਸਾਰੀ ਗੱਲ ਦੇਖੋ। ਚੰਦ, ਸੂਰਜ, ਧਰਤੀਆਂ, ਇਹ ਸਭ ਘੁੰਮ ਰਹੇ ਹੈ, ਧਰਤੀ ਵੀ ਘੁੰਮ ਰਹੀ ਹੈ। ਧਰਤੀ ਦੇ ਉੱਪਰ ਆਪਾਂ ਬੈਠਦੇ ਹਾਂ, ਉੱਠਦੇ ਹਾਂ, ਸੌਂਦੇ ਹਾਂ, ਆਪਾਂ ਨੂੰ ਲੱਗਦਾ ਨਹੀਂ ਵੀ ਆਪਾਂ ਮੋਸ਼ਨ 'ਚ ਹਾਂ, ਆਪਾਂ ਰੈਸਟ ਵਿੱਚ ਹਾਂ। ਪਰ ਜਦੋਂ ਅੰਤਰਿਕਸ਼ ਵੀ ਜਾਂਦੇ ਉੱਥੋਂ ਧਰਤੀ ਘੁੰਮਦੀ ਨਜ਼ਰ ਆ ਰਹੀ ਹੈ। ਫਿਰ ਜਿਹੜੀ ਫਰੇਮ ਹੈ ਨਾ ਰੈਫਰੈਂਸ ਦੀ, ਉਹ ਬਦਲ ਜਾਂਦੀ ਹੈ। ਧਰਤੀ ਦੇ ਫਰੇਮ ਦੇ ਵਿੱਚ ਆਪਾਂ ਰੈਸਟ ਵਿੱਚ ਹੈ, ਲੇਕਿਨ ਅੰਤਰਿਕਸ਼ ਵੀ ਜਦੋਂ ਚਲੇ ਜਾਂਦੇ, ਧਰਤੀ ਨੂੰ ਛੱਡ ਜਾਂਦੇ, ਰਿਲੇਸ਼ਨ ਬਦਲ ਜਾਂਦਾ, ਉੱਥੋਂ ਧਰਤੀ ਘੁੰਮਦੀ ਨਜ਼ਰ ਆਉਂਦੀ ਹੈ। ਧਰਤੀ ਦੇ ਉੱਪਰ ਪੂਰਬ ਵਿੱਚੋਂ ਸੂਰਜ ਨਿਕਲਦਾ ਦਿਖਦਾ ਅਤੇ ਪੱਛਮ ਵਿੱਚ ਡੁੱਬਦਾ ਦਿਖਦਾ। ਅੰਤਰਿਕਸ਼ ਵਿੱਚ ਐਸਾ ਕੁਛ ਵੀ ਨਹੀਂ ਹੈ, ਰਿਲੇਸ਼ਨ ਬਦਲ ਗਿਆ ਨਾ ਸਾਰੇ। ਐਸੇ ਤਰੀਕੇ ਨਾਲ ਆਈਨਸਟਾਈਨ ਨੇ ਸਾਰਾ ਕੁਝ ਦੱਸਿਆ ਵੀ ਗ੍ਰਹਿਆਂ ਦੇ ਉੱਤੇ ਜਿਹੜੇ ਬੜੇ ਗ੍ਰਹਿ ਆ ਜਿਹਦਾ ਮਾਸ ਜ਼ਿਆਦਾ ਹੈ, ਉਹਨਾਂ ਦੀ ਗ੍ਰੈਵਿਟਰੀ ਸ਼ਕਤੀ ਬਹੁਤ ਜ਼ਿਆਦਾ ਹੈ, ਗੁਰੂਤਾਕਰਸ਼ਣ। ਔਰ ਗੁਰੂਤਾਕਰਸ਼ਣ ਦੇ ਉੱਤੇ ਭਾਰ ਡਿਪੈਂਡ ਕਰਦਾ। ਭਾਰ ਵੱਧਦਾ ਘਟਦਾ, ਚੰਦਰਮਾ ਪਰ ਘਟ ਜਾਂਦਾ ਕਿਉਂਕਿ ਛੋਟਾ ਹੈ, ਕਿਸੇ ਗ੍ਰਹਿ ਪਰ ਵੱਧ ਵੀ ਜਾਂਦਾ ਜਿਹੜੇ ਵੱਡੇ ਗ੍ਰਹਿ ਹੈ। ਗ੍ਰੈਵਿਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਟਾਈਮ। ਜੇ ਗ੍ਰੈਵਿਟੀ ਵਧੂਗੀ ਤਾਂ ਟਾਈਮ ਘਟੂਗਾ। ਮਤਲਬ ਗ੍ਰੈਵਿਟੀ ਦੇ ਵਧਣ ਨਾਲ ਜਿਹੜੀ ਗੁਰੂਤਾ ਸ਼ਕਤੀ ਹੈ, ਚੀਜ਼ਾਂ ਬਹੁਤ ਛੇਤੀ ਉਹਦੇ ਵੱਲ ਨੂੰ ਆ ਕੇ ਗਿਰੂਗੀਆਂ ਉਹਦੇ ਉੱਪਰ। ਜਿਵੇਂ ਧਰਤੀ ਪਰ ਚੀਜ਼ਾਂ ਗਿਰ ਪੈਂਦੀਆਂ ਉੱਪਰ ਨੂੰ ਉਛਾਲੀਆਂ ਹੋਈਆਂ, ਜਿੰਨੀ ਜਿੰਨੀ ਗ੍ਰੈਵਿਟੀ ਹੋਊਗੀ ਉਨੀ ਛੇਤੀ ਉਹ ਗਿਰੂਗੀ, ਟਾਈਮ ਉਨਾ ਹੀ ਘੱਟ ਹੋਊਗਾ। ਜਿਹੜੇ ਛੋਟੇ ਗ੍ਰਹਿ ਆ ਜਿਨ੍ਹਾਂ ਦੀ ਗਤੀ ਆਪਣਾ ਮਾਸ ਘੱਟ ਹੈ, ਉੱਥੇ ਟਾਈਮ ਵੱਧ ਲੱਗਦਾ ਗਿਰਨੇ ਨੂੰ। ਜੇ ਧਰਤੀ ਦੇ ਉੱਤੇ ਕੋਈ 10 ਮੰਜ਼ਿਲ ਤੋਂ ਛਾਲ ਮਾਰੇ, ਉਹ ਟੁੱਟ ਜਾਏਗੀਆਂ ਹੱਡੀਆਂ ਉਹਦੀਆਂ, ਮਰ ਵੀ ਸਕਦਾ, ਉਹ ਮਰੇ ਜਾਂਦਾ ਲਗਭਗ। ਲੇਕਿਨ ਸ਼ਨੀ ਗ੍ਰਹਿ ਦੇ ਉੱਤੇ ਅਗਰ ਕੋਈ ਬ੍ਰਹਿਸਪਤੀ ਦੇ ਉੱਤੇ 10 ਮੰਜ਼ਿਲਾਂ ਤੋਂ ਗਿਰੇਗਾ, ਉੱਥੇ ਕਿਉਂਕਿ ਉਹਨਾਂ ਦੀ ਗ੍ਰੈਵਿਟੀ ਘੱਟ ਹੈ, ਉੱਥੇ ਟਾਈਮ ਵੱਧ ਲੱਗਣਾ ਗਿਰਨੇ ਨੂੰ, ਹੌਲੀ ਹੌਲੀ ਆ ਕੇ ਗਿਰੂਗਾ, ਉਹਦਾ ਕੁਛ ਨਹੀਂ ਵਿਗੜਦਾ। ਇਹ ਇਨ ਰਿਲੇਸ਼ਨ ਹੋ ਗਿਆ ਨਾ ਸਾਰਾ ਕੁਝ। ਮਾਸ ਨਹੀਂ ਬਦਲਦਾ, ਵੇਟ ਬਦਲ ਜਾਂਦਾ, ਵਜਨ ਔਰ ਮਾਸ ਵਿੱਚ ਫਰਕ ਹੁੰਦਾ। ਚੰਦਰਮਾ ਪਰ ਮਾਸ ਤਾਂ ਉਨਾ ਹੀ ਰਹੂਗਾ ਜਿੰਨਾ ਉਰੇ ਹੈ ਬੰਦੇ ਦਾ, ਪਰ ਵਜਨ ਘਟ ਜਾਂਦਾ। ਹਰ ਗ੍ਰਹਿ ਦੀ ਗੁਰੂਤਾ ਸ਼ਕਤੀ ਦੇ ਉੱਤੇ ਡਿਪੈਂਡ ਕਰਦਾ ਜਿਹੜਾ ਆਪਣਾ ਵੇਟ ਹੈ, ਤਾਂ ਮਾਸ ਨਹੀਂ ਬਦਲਦਾ। ਲੇਕਿਨ ਆਈਨਸਟਾਈਨ ਨੇ ਇਹ ਵੀ ਗੱਲ ਸਾਬਤ ਕਰ ਦਿੱਤੀ ਵੀ ਮਾਸ ਵੀ ਬਦਲਦਾ ਭਾਈ। ਪਹਿਲੇ ਸਿਧਾਂਤ ਸਾਰੇ ਇਨ ਰਿਲੇਸ਼ਨ ਡਿਸਪਰੂਵ ਕਰ ਦਿੱਤੇ। ਕਿਵੇਂ ਬਦਲਦਾ ਮਾਸ? ਉਹਨੇ ਥਿਊਰੀ ਦੇ ਦਿੱਤੀ E ਇਜ਼ ਇਕੁਅਲ ਟੂ mc ਸਕੁਏਅਰ। ਐਨਰਜੀ E ਬਰਾਬਰ ਹੈ ਮਾਸ mc, ਲਾਈਟ ਦੀ ਵੈਲੋਸਿਟੀ ਦਾ ਸਕੁਏਅਰ। ਐਨਰਜੀ ਬਦਲ ਕੇ ਮਾਸ ਬਣ ਜਾਂਦੀ ਹੈ, ਮਾਸ ਤੋਂ ਐਨਰਜੀ ਪੈਦਾ ਹੋ ਜਾਂਦੀ ਹੈ। ਹੁਣ ਤੱਕ ਕਰਕੇ ਦੇਖ ਲਿਆ ਸਾਇੰਸ ਨੇ, ਇੱਕ ਐਟਮ ਜਿਹੜਾ ਅੱਖ ਨਾਲ ਦਿਖਦਾ ਨਹੀਂ, ਉਹਨੂੰ ਤੋੜ ਕੇ ਇੰਨੀ ਐਨਰਜੀ ਪ੍ਰੋਡਿਊਸ ਕਰ ਲੈਂਦੇ। ਐਟਮੀ ਪਾਵਰ ਪਲਾਂਟਾਂ ਵਿੱਚ ਸਾਰਾ ਇਹੀ ਕੁਛ ਹੋ ਰਿਹਾ। ਐਟਮ ਬੰਬ ਜਿਹੜਾ 100 ਮੀਲ ਤੱਕ ਤਬਾਹੀ ਕਰਦਾ, ਉਹ ਇੱਕ ਐਟਮ ਹੀ ਹੁੰਦਾ ਹੈ ਜਿਹੜਾ ਅੱਖ ਨਾਲ ਦਿਖਦਾ ਨਹੀਂ। ਉਹਨੂੰ ਬੰਬਾਰਡਮੈਂਟ ਕਰਕੇ ਉਹਨੂੰ ਤੋੜਿਆ ਜਾਂਦਾ, ਐਟਮ ਨੂੰ ਐਨਰਜੀ ਪੈਦਾ ਹੁੰਦੀ ਹੈ। ਤਾਂ ਮਾਸ ਵੀ ਬਦਲ ਜਾਂਦਾ ਹੈ, ਐਬਸੋਲਿਊਟ ਮਾਸ ਵੀ ਨਹੀਂ ਰਿਹਾ ਹੁਣ। ਪਹਿਲਿਆਂ ਕਾਨੂੰਨਾਂ ਦੇ ਵਿੱਚ ਮਾਸ ਨਹੀਂ ਬਦਲਦਾ ਸੀਗਾ, ਲੇਕਿਨ ਹੁਣ ਆਈਨਸਟਾਈਨ ਨੇ ਉਹ ਵੀ ਦਿਖਾਤਾ ਵੀ ਉਹ ਵੀ ਬਦਲਦਾ ਹੈ। ਤਾਂ ਐਸੇ ਤਰੀਕੇ ਨਾਲ ਇਹ ਆਪਾਂ ਨੇ ਅਧਿਆਤਮ 'ਚ ਲਾਉਣੀ ਹੈ ਬਾਤ। ਪਰਮਾਤਮਾ ਐਬਸੋਲਿਊਟ ਹੈ। ਪਰਮਾਤਮਾ ਦਾ ਭਗਤ ਜਿਹੜਾ ਚੌਥੇ ਗੁਣ ਵਾਲਾ ਹੈ, ਪਰਮ ਪਦ ਵਾਲਾ ਹੈ, ਗੁਰੂ ਹੈ, ਉਹ ਵੀ ਐਬਸੋਲਿਊਟ ਹੈ, ਉਹ ਨਹੀਂ ਬਦਲਦੇ ਕਦੇ ਵੀ। ਬਾਕੀ ਸਾਰੀ ਚੀਜ਼ ਬਦਲਦੀ ਹੈ। ਇਹਦੀ ਵਿਚਾਰ ਕਰਦੇ ਹਾਂ ਆਪਾਂ ਬਾਅਦ 'ਚ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਰਿਲੇਟਿਵਿਟੀ ਦਾ ਸਿਧਾਂਤ ਹੈ, ਜਿਹਨੂੰ ਸਖੇਵਤਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ, ਇਹ ਪਹਿਲਾਂ ਤੋਂ ਵੀ ਇਹਦੇ ਅੰਸ਼ ਮਿਲਦੇ ਆ ਜੈਨਿਜ਼ਮ 'ਚ, ਸ਼ੰਕਰਾਚਾਰੀਆ 'ਚ, ਗੁਰਬਾਣੀ 'ਚ।
ਇਹ ਚੀਜ਼ ਹੈਗੀ ਹੈ, ਲੇਕਿਨ ਹੁਣ ਇਹਦਾ ਪਤਾ ਹੋਣ ਲੱਗਿਆ ਆਇਨਸਟਾਈਨ ਦੀ ਖੋਜ ਤੋਂ ਬਾਅਦ ਵੀ ਹਰ ਇੱਕ ਚੀਜ਼ ਰਿਲੇਸ਼ਨ ਵਿੱਚ ਹੈ। ਯਾਨੀ ਹਰ ਇੱਕ ਚੀਜ਼ ਰਿਸ਼ਤੇਦਾਰੀ 'ਚ ਹੈ। ਕਿਵੇਂ ਬੀਰਬਲ ਨੂੰ ਪੁੱਛਿਆ ਅਕਬਰ ਨੇ ਬਈ ਆਹ ਇੱਕ ਮੈਂ ਲਾਈਨ ਖਿੱਚ ਦਿੱਤੀ, ਇਹਨੂੰ ਬਿਨਾਂ ਛੇੜੇ ਤੋਂ ਛੋਟੀ ਕਰਨਾ ਹੈ। ਤਾਂ ਬੀਰਬਲ ਬੁੱਧੀਮਾਨ ਸੀ, ਉਹਨੇ ਇੱਕ ਵੱਡੀ ਲਕੀਰ ਨਾਲ ਖਿੱਚ ਦਿੱਤੀ। ਕਹਿੰਦਾ ਦੇਖੋ ਬਾਦਸ਼ਾਹ ਇਹ ਛੋਟੀ ਹੈ। ਅਕਬਰ ਬਾਦਸ਼ਾਹ ਵੀ ਹੈਰਾਨ ਹੋ ਗਿਆ ਵੀ ਬਿਨਾਂ ਛੇੜੇ ਤੋਂ ਹੀ ਛੋਟੀ ਕਰਤੀ, ਇਨ ਰਿਲੇਸ਼ਨ ਹੋ ਗਈ ਨਾ, ਉਹ ਵੱਡੀ ਲਕੀਰ ਦੇ ਰਿਲੇਸ਼ਨ 'ਚ ਉਹ ਛੋਟੀ ਹੋ ਗਈ। ਫਿਰ ਉਹਨੇ ਇੱਕ ਉਹਦੇ ਬਰਾਬਰ ਛੋਟੀ ਖਿੱਚ ਦਿੱਤੀ ਲਕੀਰ। ਕਹਿੰਦਾ ਜੀ ਦੇਖੋ ਹੁਣ ਇਹ ਵੱਡੀ ਹੋ ਗਈ। ਇਨ ਰਿਲੇਸ਼ਨ ਹੈ ਹਰ ਇੱਕ ਚੀਜ਼। ਕੋਈ ਚੀਜ਼ ਐਬਸੋਲਿਊਟ ਸੱਚ ਇਸ ਤਰ੍ਹਾਂ ਨਹੀਂ ਹੈ ਜਿਹੜੀ ਦੁਨਿਆਵੀ ਚੀਜ਼ਾਂ ਹੈ, ਸਭ ਰਿਲੇਟਿਵ ਹੈ। ਨਾਨ ਰਿਲੇਟਿਵ ਕੇਵਲ ਰੱਬ ਹੈ, ਗੁਰੂ ਹੈ, ਬਾਕੀ ਸਾਰੀ ਸ੍ਰਿਸ਼ਟੀ ਰਿਲੇਟਿਵਿਟੀ ਵਿੱਚ ਚੱਲ ਰਹੀ ਹੈ। ਹੁਣ ਕੋਈ ਬੰਦਾ ਸਟੇਸ਼ਨ 'ਤੇ ਬੈਠਾ ਹੈ, ਉਹ ਰੈਸਟ ਵਿੱਚ ਹੈ। ਇੱਕ ਗੱਡੀ ਆ ਰਹੀ ਹੈ 60 ਕਿਲੋਮੀਟਰ ਦੀ ਸਪੀਡ 'ਤੇ, ਜਿਹੜਾ ਗੱਡੀ 'ਚ ਬੈਠਾ ਜਾਂ ਪਿਆ ਉਹ ਵੀ ਰੈਸਟ ਵਿੱਚ ਹੈ ਆਪਣੇ ਆਪ 'ਚ, ਪਰ ਬਾਹਰ ਬੈਠੇ ਨੂੰ ਉਹ ਦੌੜਦਾ ਨਜ਼ਰ ਆ ਰਿਹਾ 60 ਕਿਲੋਮੀਟਰ ਦੀ ਸਪੀਡ 'ਤੇ। ਇਹ ਇਨ ਰਿਲੇਸ਼ਨ ਹੋ ਗਈ ਬਾਤ। किसी टाइम किसी फ्रेम ऑफ रेफरेंस च वो बंदा रेस्ट विच है, किसी फ्रेम ऑफ रेफरेंस विच वो मोशन विच है। ਜਦੋਂ ਆਪਾਂ ਗੱਡੀ ਵੀ ਜਾਂਦੇ 60 ਕਿਲੋਮੀਟਰ ਦੀ ਸਪੀਡ 'ਤੇ, ਦੂਜੇ ਪਾਸੇ ਇੱਕ ਗੱਡੀ ਬਰਾਬਰ ਆਉਂਦੀ ਹੈ ਉਲਟ ਦਿਸ਼ਾ 'ਚ 20 ਕਿਲੋਮੀਟਰ ਦੀ ਸਪੀਡ 'ਤੇ, ਤਾਂ ਆਪਣੀ ਸਪੀਡ 40 ਰਹਿ ਜਾਂਦੀ ਹੈ, ਉਹ 20 ਉਲਟ ਦਿਸ਼ਾ ਵਾਲੀ ਖਾ ਜਾਂਦੀ ਹੈ। ਔਰ ਗੱਡੀ ਵੀ ਜਾਂਦਿਆਂ ਨੂੰ ਇਹ ਵੀ ਆਪਾਂ ਨੂੰ ਆਭਾਸ ਹੁੰਦਾ ਵੀ ਸਾਰੇ ਦਰਖਤ ਪਿੱਛੇ ਨੂੰ ਭੱਜ ਰਹੇ ਹੈ। ਭੱਜ ਅਸਲ 'ਚ ਗੱਡੀ ਰਹੀ ਹੈ, ਦਰਖਤ ਨਹੀਂ ਭੱਜ ਰਹੇ, ਉਹ ਤਾਂ ਸਥਿਰ ਹੈ ਆਪਣੀ ਜਗ੍ਹਾ, ਪਰ ਇਨ ਰਿਲੇਸ਼ਨ ਗੱਡੀ ਦੇ ਉਹ ਭੱਜਦੇ ਨਜ਼ਰ ਆਉਂਦੇ। ਇਹੀ ਹੈ ਜਿਹੜੀ ਥਿਊਰੀ ਹੈ। ਇਹ ਕਾਹਤੇ ਹੋ ਰਹੀ ਹੈ? ਇਹ ਜਿਹੜੀਆਂ ਸਾਡੀਆਂ ਸੈਂਸਿਸ ਹੈ ਨਾ, ਸੈਂਸਰੀ ਵਰਲਡ ਹੈ, ਇੰਦਰੀ ਜਗਤ ਹੈ ਜਿਹੜਾ, ਅੱਖ ਨੱਕ ਕੰਨ ਰਸਨਾ ਵਗੈਰਾ, ਇਹਦੇ ਕਰਕੇ ਹੋ ਰਿਹਾ ਸਾਰਾ। ਜਿੰਨਾ ਚਿਰ ਅਸੀਂ ਸੈਂਸਰੀ ਵਰਲਡ ਦੇ ਵਿੱਚ ਹੈ, ਇੰਦਰੀਆਂ ਦੇ ਪ੍ਰਭਾਵ ਹੇਠ ਹੈ, ਇਹ ਸਾਨੂੰ ਵਿਵਹਾਰਕ ਸੱਚ ਨਜ਼ਰ ਆਈ ਜਾਂਦਾ। ਜਦੋਂ ਸੈਂਸਰੀ ਵਰਲਡ ਤੋਂ ਬੰਦਾ ਉੱਪਰ ਨਿਕਲ ਗਿਆ, ਰਿਧੀਆਂ ਸਿੱਧੀਆਂ ਦਾ ਮਾਲਕ ਬਣ ਜਾਂਦਾ, ਸਾਨੂੰ ਉਹ ਕਰਾਮਾਤਾਂ ਨਜ਼ਰ ਆਉਂਦੀਆਂ। ਉਹਦੇ ਵਾਸਤੇ ਉਹ ਮਾਮੂਲੀ ਗੱਲ ਹੁੰਦੀ ਹੈ, ਕਿਉਂਕਿ ਉਹਦੀ ਕੌਨਸ਼ੀਅਸਨੈਸ ਜਾਗ ਜਾਂਦੀ ਹੈ। ਜਦੋਂ ਕੌਨਸ਼ੀਅਸਨੈਸ ਸੁਪਰ ਬਣ ਜਾਏ, ਪੂਰੀ ਜਾਗ ਜਾਵੇ, ਫਿਰ ਚੌਥਾ ਪਦ ਬਣ ਜਾਂਦਾ। ਚੌਥੇ ਪਦ ਦੇ ਵਿੱਚ ਫਿਰ ਜਿਹੜੀਆਂ ਇਹ ਰਿਧੀਆਂ ਸਿੱਧੀਆਂ ਹੈ, ਇਹ ਵੀ ਤੁੱਛ ਭਾਸਦੀਆਂ, ਫਿਰ ਉਹ ਪਰਮਾਤਮਾ ਰੂਪ ਹੋ ਜਾਂਦਾ, ਉਹ ਨਾਨ ਰਿਲੇਟਿਵ ਜਾਂ ਐਬਸੋਲਿਊਟ ਬਣ ਜਾਂਦਾ। ਇਹ ਰਿਧੀਆਂ ਸਿੱਧੀਆਂ ਸਾਧ ਸੰਗਤ ਜੋ ਇਹ ਅਵਰਾ ਸਾਧ ਹੈ, ਰਿਧ ਸਿੱਧ ਅਵਰਾ ਸਾਧ। ਹਾਲਾਂਕਿ ਸਾਨੂੰ ਇਹ ਕਰਾਮਾਤਾਂ ਲੱਗਦੀਆਂ ਵੀ ਕੋਈ ਬੰਦਾ ਹਵਾ 'ਚ ਚੌਂਕੜਾ ਮਾਰੀ ਬੈਠਾ ਹੈ, ਇਹ ਸਿੱਧੀ ਹੈ। ਇਹ ਜਿਹੜੀਆਂ ਸਿੱਧੀਆਂ ਹੈ ਨਾ, ਇਹ ਸਾਨੂੰ ਸਤੋਗੁਣ ਔਰ ਪਰਮਾਰਥਕ ਗੁਣ ਹੈ ਜਿਹੜੇ ਡਿਵਿਨਿਟੀ, ਇਹਦੇ ਵਿਚਾਲੇ ਦੀ ਸਟੇਜ ਹੈ। ਆਤਮਾ ਨਾਲੋਂ ਸੈਂਸਰੀ ਵਰਲਡ ਨਾਲੋਂ ਥੋੜ੍ਹੀ ਜਿਹੀ ਉੱਚੀ ਹੈ, ਲੇਕਿਨ ਪਰਫੈਕਟ ਨਹੀਂ ਹੈ। ਇਹ ਰਿਧੀਆਂ ਸਿੱਧੀਆਂ ਵੀ ਸਮੇਂ ਦੇ ਹਿਸਾਬ ਨਾਲ ਇੱਥੇ ਦਿਖਾ ਦੂਗਾ, ਉੱਥੇ ਜਾ ਕੇ ਉਹ ਹੁੰਦਾ ਨਹੀਂ ਹੈ। ਇੱਕ ਭਾਨ ਬੱਤਾ ਟੋਕਰੇ ਹੇਠ ਗਿੱਦੜ ਪੈਦਾ ਕਰ ਦਿੰਦਾ, ਖਾਲੀ ਟੋਕਰਾ ਰੱਖਿਆ ਹੋਇਆ, ਇੱਕ ਪਲ ਵਾਸਤੇ ਗਿੱਦੜ ਨਜ਼ਰ ਆਉਂਦਾ, ਅਗਲੇ ਪਲ ਫਿਰ ਉਹ ਹੁੰਦਾ ਨਹੀਂ ਉੱਥੇ, ਜਦ ਦੁਬਾਰਾ ਚੱਕਦੇ। ਇਨ ਰਿਲੇਸ਼ਨ ਹੈ ਹਰ ਇੱਕ ਚੀਜ਼। ਸਿੱਧੀਆਂ ਵੀ ਰਿਲੇਸ਼ਨ 'ਚ ਹੈ, ਭਾਵੇਂ ਕਿ ਉਹ ਜਾਗਰਤ ਅਵਸਥਾ ਹੁੰਦੀ ਜ਼ਿਆਦਾ ਆਮ ਨਾਲੋਂ, ਪਰ ਸਭ ਤੋਂ ਸੁਪਰ ਕੌਨਸ਼ੀਅਸ ਅਵਸਥਾ ਜਾਗਰਤ ਅਵਸਥਾ ਹੈਗੀ ਹੈ ਡਿਵਾਈਨ ਪਰਸਨ ਦੀ, ਜਿਹੜਾ ਐਵਰ ਅਵੇਕ ਹੈ, ਹਮੇਸ਼ਾ ਹੀ ਉਹ ਸੈਂਸਿਸ ਤੋਂ ਉੱਪਰ ਚੱਲਦਾ ਹੈ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਸੂਖਮ ਜਗਤ ਹੈ, ਇਹ ਆਪਣੀਆਂ ਇੰਦਰੀਆਂ ਨੂੰ ਦਿਖਦਾ ਨਹੀਂ ਹੈ। ਮਹਿਸੂਸ ਕੌਣ ਕਰੂਗਾ ਇਹਨੂੰ? ਜਿਹੜਾ ਜਾਗ ਗਿਆ, ਜਿਹਦੀ ਆਤਮਾ ਜਾਗ ਪਈ ਨਾ, ਅੰਦਰੋਂ ਮਨ ਜਾਗ ਪਿਆ, ਉਹ ਮਹਿਸੂਸ ਕਰਦਾ ਇਹਨਾਂ ਜਿਹੜੀਆਂ ਬਰੀਕ ਚੀਜ਼ਾਂ, ਸੂਖਮ ਚੀਜ਼ਾਂ, ਇਹ ਜਗਤ ਜਿਹੜਾ ਦਿਖਦਾ ਨਹੀਂ ਹੈ ਆਪਾਂ ਨੂੰ। ਸਾਇੰਸ ਤਾਂ ਇਹਨਾਂ ਦੀ ਖੋਜ ਹੋਣ ਲੱਗੀ ਹੈ ਕਰਨ, ਗੁਰੂ ਪਾਤਸ਼ਾਹਾਂ ਨੇ ਤਾਂ ਇਹ ਪਹਿਲਾਂ ਹੀ ਜਾਣੀਆਂ ਭਗਤਾਂ ਨੇ। ਤੋ ਇਹ ਹਾਇਰ ਲੈਵਲ ਆਫ ਕੌਨਸ਼ੀਅਸਨੈਸ ਹੈ, ਇਸ ਕਰਕੇ ਹੁੰਦਾ ਹੈ। ਸਾਧ ਸੰਗਤ ਜੀਓ, ਇਹ ਜਿਹੜਾ ਸੈਟੇਲਾਈਟ ਹੁੰਦੇ ਉੱਪਰ ਘੁੰਮਦੇ ਆ, ਉੱਪਰ ਸਾਇੰਸਦਾਨ ਜਿਹੜੇ ਐਸਟਰੋਨਾਟ ਹੈ ਉਹ ਜਾ ਵੀ ਆਏ ਹੈ, ਕਈ ਦਿਨ ਉੱਪਰ ਰਹੇ ਹੈ, ਉਹਨਾਂ ਨੇ ਖੋਜਾਂ ਕਰ ਲਈਆਂ ਵੀ ਜਿਹੜੇ ਉੱਥੇ ਟਾਈਮ ਪੀਸ ਹੈ ਉਹ ਬਹੁਤ ਹੌਲੀ ਚੱਲਦੇ ਨੇ, ਜਿਹੜੇ ਵਿੱਚ ਲੱਗੇ ਹੋਏ ਹੁੰਦੇ ਸੈਟੇਲਾਈਟ ਦੇ, ਉਪਗ੍ਰਹਿ ਦੇ। ਉਹ ਕਾਹਤੇ ਹੈ? ਕਿਉਂਕਿ ਜਿਹੜਾ ਉਹਦੀ ਸਪੀਡ ਹੁੰਦੀ ਹੈ ਉੱਪਰ ਸਪੇਸ ਦੇ ਵਿੱਚ, ਉੱਥੇ ਗ੍ਰੈਵਿਟੀ ਘਟ ਜਾਂਦੀ ਹੈ।
ਗ੍ਰੈਵਿਟੀ ਘਟਣ ਦੇ ਨਾਲ ਉਹ ਜਿਹੜੇ ਟਾਈਮ ਪੀਸ ਆ ਉਹ ਹੌਲੀ ਚੱਲਦੇ, ਉਹਨਾਂ ਨੂੰ ਫਿਰ ਬਾਰ-ਬਾਰ ਮਿਲਾਉਣਾ ਪੈਂਦਾ। ਜਿਹੜਾ GPS ਸਿਸਟਮ ਹੈ ਆਪਣਾ ਹੁਣ ਸਟੇਸ਼ਨਰੀ ਸੈਟੇਲਾਈਟ ਦੁਆਰਾ ਚੱਲਦਾ ਹੈ, ਸਾਨੂੰ ਰਸਤਾ ਸਾਫ਼ ਦੱਸੀ ਜਾਂਦਾ ਵੀ ਇੰਨੇ ਕਿਲੋਮੀਟਰ 'ਤੇ ਰਹਿ ਗਿਆ, ਇੱਕਣਾ ਆਹ ਸੜਕ ਇੱਧਰ ਨੂੰ ਮੁੜਦੀ ਹੈ, ਆਹ ਉੱਧਰ ਨੂੰ ਮੁੜਦੀ, ਬੋਲ ਕੇ ਵੀ ਦੱਸੀ ਜਾਂਦਾ ਹੈ। ਉਹਦਾ ਜਿਹੜਾ ਟਾਈਮ ਸੈਟਿੰਗ ਆ ਉਹ ਵਾਰ-ਵਾਰ ਧਰਤੀ ਤੋਂ ਕਰਨੀ ਪੈਂਦੀ ਹੈ, ਕਿਉਂਕਿ ਖਲਾ ਦੇ ਵਿੱਚ ਜਿਹੜਾ ਟਾਈਮ ਹੈ ਉਹ ਬਹੁਤ ਹੌਲੀ ਹੋ ਜਾਂਦਾ, ਕਿਉਂਕਿ ਉੱਥੇ ਜੀ ਘੱਟ ਹੈ। ਤੋ ਇਹ ਜਿਹੜੀਆਂ ਹੈਰਾਨੀਜਨਕ ਸਿੱਧੀਆਂ ਲੋਕਾਂ ਵਾਸਤੇ ਕਰਾਮਾਤਾਂ ਲੱਗਦੀਆਂ, ਇਹ ਅਸਲ ਵਿੱਚ ਜਾਗਰਤ ਸਟੇਜ ਹੁੰਦੀ ਹੈ ਬੰਦੇ ਦੀ। ਪੂਰਾ ਜਾਗਿਆ ਨਹੀਂ ਹੁੰਦਾ, ਆਮ ਬੰਦਿਆਂ ਨਾਲੋਂ ਵੱਧ ਜਾਗ ਜਾਂਦਾ ਉਹ। ਪੂਰਾ ਜਿਹੜਾ ਜਾਗ ਗਿਆ ਉਹ ਤਾਂ ਫਿਰ ਸੰਤ ਬਣ ਜਾਂਦਾ, ਉਹ ਫਿਰ ਇਹਦੀਆਂ ਸਿੱਧੀਆਂ ਨਹੀਂ ਕਰਦਾ ਕਦੇ ਵੀ। ਇਹ ਤਾਂ ਅਵਰਾ ਸਾਧ ਮੰਨਿਆ ਜਾਂਦਾ ਗੁਰਬਾਣੀ 'ਚ। ਪਿਛਲੇ ਜਨਮ ਦੇ ਕਰੇ ਹੋਏ ਜਿਹੜੇ ਕਰਮ ਹੈ, ਉਹਨਾਂ 'ਚੋਂ ਕੁਛ ਕਰਮ ਸਾਡੇ ਅੱਗੇ ਆਉਣੇ, ਜਿਹਨੂੰ ਪ੍ਰਾਲਬੱਧ ਕਹਿੰਦੇ ਆਪਾਂ, ਉਹ ਵੀ ਇਨ ਰਿਲੇਸ਼ਨ ਹੈ। ਜਿਹੜੇ ਪ੍ਰਾਲਬੱਧ ਹੈ ਉਹ ਪਿਛਲੇ ਜਨਮਾਂ ਦੇ ਸੰਸਕਾਰ ਵੀ ਹੈ, ਪਲੱਸ ਇਸ ਜਨਮ ਦੇ ਸੰਸਕਾਰ ਵੀ ਨਾਲ ਜੁੜ ਜਾਂਦੇ ਆ। ਇਹ ਸਾਰਾ ਕੁਝ ਇਨ ਰਿਲੇਸ਼ਨ ਹੋ ਰਿਹਾ ਹੈ, ਪਰ ਇਹ ਇੰਦਰੀ ਜਗਤ ਦਾ ਵਿਸ਼ਾ ਨਹੀਂ ਹੈ। ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਆਪਾਂ ਨੇ 5 ਸਾਲ ਪਹਿਲਾਂ ਹੀ ਇੱਕ FD ਕਰਾਈ ਲੱਖ ਰੁਪਏ ਦੀ, ਹੁਣ ਉਹ ਬਣ ਗਿਆ 1.5 ਲੱਖ। ਉਹ ਜਿਹੜਾ 50,000 ਉੱਪਰ ਵੱਧ ਗਿਆ, ਉਹ ਇਨਰ ਰਿਲੇਸ਼ਨ ਵਧਿਆ ਸਮੇਂ ਦੇ। ਹੈ ਤਾਂ 1 ਲੱਖ ਹੀ ਸੀਗਾ, ਪਰ ਹੁਣ ਉਹ ਉੱਪਰ ਵੱਧ ਗਿਆ ਉਹ। ਤਾਂ ਇਹ ਸਾਰਾ ਕੁਝ ਇਨਰ ਰਿਲੇਸ਼ਨ ਹੈ। ਪ੍ਰਕਾਸ਼ ਹੈ ਜਿਹੜਾ ਰੋਸ਼ਨੀ, ਇਹ ਮੰਨਿਆ ਜਾਂਦਾ ਹੈ ਵੀ ਇਹ ਗਤੀ ਹਮੇਸ਼ਾ ਉਨੀ ਓ ਰਹਿੰਦੀ ਹੈ ਆਮ ਨਿਯਮਾਂ 'ਚ। ਪਰ ਸਾਧ ਸੰਗਤ ਜੀ ਇਹ ਵੀ ਰਿਲੇਟਿਵ ਪ੍ਰੂਵ ਕਰ ਦਿੱਤਾ ਆਇਨਸਟਾਈਨ ਨੇ। ਜਦ ਵੀ ਪ੍ਰਕਾਸ਼ ਕਿਸੇ ਗ੍ਰਹਿ ਦੇ ਕੋਲ ਦੀ ਲੰਘਦੀਆਂ ਕਿਰਨਾਂ ਉਹਦੀਆਂ, ਤਾਂ ਉਹ ਉਸ ਗ੍ਰਹਿ ਦੀ ਜਿਹੜੀ ਗ੍ਰੈਵਿਟੀ ਹੈ ਜਾਂ ਗ੍ਰੈਵਿਟੇਸ਼ਨ ਹੈ, ਉਹ ਕਿਰਨਾਂ ਨੂੰ ਆਪਣੇ ਵੱਲ ਨੂੰ ਖਿੱਚ ਲੈਂਦੀ ਹੈ, ਟੇਢਾ ਕਰ ਦਿੰਦੀ ਹੈ ਉਹਨਾਂ ਨੂੰ। ਉਹ ਕਿਵੇਂ ਰਹਿ ਗਿਆ ਐਬਸੋਲੂਟ, ਉਹ ਵੀ ਅਸਰ ਕਬੂਲਦੀ ਹੈ। ਔਰ ਜੇ ਆਪਾਂ ਕੋਈ ਐਸਾ ਗ੍ਰਹਿ ਉਪਗ੍ਰਹਿ ਬਣਾ ਲਈਏ ਸੈਟੇਲਾਈਟ, ਜਿਹੜਾ ਰੌਸ਼ਨੀ ਦੀ ਰਫ਼ਤਾਰ 1,86,000 ਮੀਲ ਪਰ ਸੈਕਿੰਡ ਦੀ ਰਫ਼ਤਾਰ ਨਾਲ ਜਾਂਦਾ ਹੋਵੇ, ਇੰਨਾ ਤੇਜ਼ ਮਤਲਬ ਹੋਵੇ, ਹੈ ਤਾਂ ਇਹ ਇੰਪੋਸੀਬਲ ਗੱਲ ਹੈ, ਪਰ ਚਲੋ ਮੰਨ ਲਓ ਵੀ ਬਣਾ ਲਿਆ। ਉਹਦੇ ਅੱਗੇ ਲਾਈਟਾਂ ਲੱਗੀਆਂ ਹੋਈਆਂ, ਉਹ ਜਿਹੜੀ ਲਾਈਟ ਹੈ 1,86,000 ਮੀਲ ਤਾਂ ਉਹਦੀ ਵੈਸੇ ਹੀ ਸਪੀਡ ਹੈ, ਇੰਨੀ ਉਹ ਸਪੀਡ ਸੈਟੇਲਾਈਟ ਦੀ ਹੈ, ਤਾਂ ਉਹ ਦੁੱਗਣੀ ਬਣ ਜਾਣੀ ਹੈ। ਉਹ ਐਬਸੋਲੂਟ ਨਹੀਂ ਰਹਿੰਦੀ, ਫਿਰ ਉਹ ਇਨ ਰਿਲੇਸ਼ਨ ਆ ਜਾਂਦੀ ਹੈ। ਕਿਉਂਕਿ ਜਿਹੜੀ ਰੋਸ਼ਨੀ ਹੈ ਉਹਦੀ ਆਪਣੀ ਇੱਕ ਰਫ਼ਤਾਰ ਹੈ, ਜਦੋਂ ਉਹ ਕਿਸੇ ਸੈਟੇਲਾਈਟ ਦੇ ਅੱਗੇ ਲੱਗੀ ਹੋਈ ਹੈ ਜਿਹਦੀ ਰਫ਼ਤਾਰ ਰੋਸ਼ਨੀ ਦੇ ਬਰਾਬਰ ਹੈ, ਉਹ ਦੁੱਗਣੀ ਬਣ ਜਾਣਾ। ਪਰਮਾਤਮਈ ਵਰਲਡ ਵਿੱਚ ਇੱਕਣ ਨਹੀਂ ਹੁੰਦਾ। ਜਿਹੜੇ ਅਸਲੀ ਭਗਤ ਹੈ, ਪਰਮਾਤਮਾ ਹੈ, ਉਹ ਐਬਸੋਲਿਊਟ ਹੈ, ਨੋਨ ਰਿਲੇਟਿਵ ਹੈ। ਉਹਨਾਂ ਦੇ ਉੱਪਰ ਕੋਈ ਟਾਈਮ ਦਾ, ਸਪੇਸ ਦਾ ਕੋਈ ਅਸਰ ਨਹੀਂ ਹੁੰਦਾ। ਭਾਵੇਂ ਉਹਨਾਂ ਨੂੰ ਤਵੀ 'ਤੇ ਬਿਠਾ ਦਿਓ, ਭਾਵੇਂ ਉਹਨਾਂ ਨੂੰ ਹਾਥੀਆਂ ਦੇ ਪੈਰਾਂ 'ਚ ਬੰਨ੍ਹ ਕੇ ਪਾੜੋ, ਭਾਵੇਂ ਆਰਾ ਚਲਾਓ, ਜੋ ਮਰਜ਼ੀ ਕਰੀ ਜਾਓ, ਉਹ ਨੋਨ ਰਿਲੇਟਿਵ ਹੈ, ਉਹਨਾਂ 'ਤੇ ਕੋਈ ਅਸਰ ਨਹੀਂ। ਸਾਡੇ ਪਰ ਹੁੰਦਾ ਹੈ। ਅਸੀਂ ਲੋਕ ਜਦੋਂ ਭੀੜ ਪੈਂਦੀ ਹੈ ਬਹੁਤ ਰੱਬ ਨੂੰ ਯਾਦ ਕਰਦੇ ਹਾਂ, ਪਾਠ ਵੀ ਕਰਦੇ ਹਾਂ। ਜਦ ਭੀੜ ਹਟ ਜਾਂਦੀ ਹੈ ਫਿਰ ਗਾਜਿਆਂ ਬਾਜਿਆਂ ਵਿੱਚ ਭੁੱਲੇ ਜਾਂਦੇ, ਰੱਬ ਯਾਦ ਨਹੀਂ ਆਉਂਦਾ ਕਦੇ। ਵਿਆਹਾਂ ਸ਼ਾਦੀਆਂ 'ਚ ਅੱਜ ਕੱਲ੍ਹ ਜੋ ਕੁਛ ਹੋ ਰਿਹਾ ਪੈਲਸਾਂ ਦੇ ਵਿੱਚ, ਤਾਂ ਇਹ ਆਪਾਂ ਸਾਰੇ ਇਨ ਰਿਲੇਸ਼ਨ ਹੈ। ਭਗਤ ਰਿਲੇਸ਼ਨ 'ਚ ਨਹੀਂ ਹੁੰਦਾ, ਉਹ ਨੋਨ ਰਿਲੇਟਿਵ ਬਣ ਜਾਂਦਾ। ਤੋ ਹੈ ਤਾਂ ਇਹ ਬਹੁਤ ਬੜੀ ਥਿਊਰੀ ਹੈ, ਸਮਝਣ ਵਾਲੀ ਹੈ, ਪਰ ਆਪਾਂ ਮੋਟੇ ਤੌਰ 'ਤੇ ਅਧਿਆਤਮ ਨੂੰ ਲੈ ਕੇ ਬਾਤ ਕਰੀਏ। ਸਾਧ ਸੰਗਤ ਜੀ, ਜੇ ਹੁਣ ਆਪਾਂ ਇਹਨੂੰ ਪੂਰਾ ਗੁਰਮਤ ਵਿੱਚ ਲਗਾਈਏ, ਤਾਂ ਜਿਹੜੀ ਗੁਰੂ ਦੀ ਭੇਟਾ ਹੋਣੀ ਹੈ, ਗੁਰੂ ਦਾ ਮਿਲਾਪ ਹੋਣਾ ਹੈ ਜਾਂ ਸੰਗਤ ਦਾ ਮਿਲਾਪ ਹੋਣਾ ਹੈ, ਇਹ ਬਫਰ ਸਟੇਟ ਹੈ। ਬਫਰ ਮਤਲਬ ਹੁੰਦਾ ਦੋ ਬੜਿਆਂ ਦੇਸ਼ਾਂ ਦੇ ਵਿਚਾਲੇ ਕੋਈ ਛੋਟਾ ਜਿਹਾ ਦੇਸ਼ ਹੋਵੇ ਜਿਹੜਾ ਉਹਨਾਂ ਦੋਨਾਂ ਨੂੰ ਰੋਕੀ ਰੱਖਦਾ ਲੜਨ ਤੋਂ। ਤਾਂ ਗੁਰੂ ਭੇਂਟ ਬਫਰ ਸਟੇਟ ਹੈ। ਗੁਰੂ ਭੇਂਟ ਤੋਂ ਹੇਠਾਂ ਹੇਠਾਂ ਜੋ ਵੀ ਸੰਸਾਰ ਦੇ ਵਿੱਚ ਹੁੰਦਾ ਰੱਬ ਦੇ ਨਾਮ ਉੱਪਰ, ਉਹ ਸਾਰਾ ਹੀ ਰਿਲੇਟਿਵ ਹੈ। ਗੁਰੂ ਭੇਂਟ ਤੋਂ ਉੱਪਰ ਨੋਨ ਰਿਲੇਟਿਵ ਹੁੰਦੇ ਜਿੰਨੇ ਵੀ ਗੁਣ ਆ ਜਾਂਦੇ। ਇਹਦੀ ਥੋੜ੍ਹੀ ਜਿਹੀ ਵਿਆਖਿਆ ਦੇਖੋ। ਹੇਠਾਂ ਬੰਦਾ ਡਰ ਵੀ ਪੂਰਾ ਹੁੰਦਾ ਗੁਰੂ ਭੇਂਟ ਤੋਂ, ਉਰੇ ਉਰੇ ਕਦੇ ਜ਼ਿਆਦਾ ਕਰਦਾ ਯਾਦ, ਕਦੇ ਘੱਟ ਕਰਦਾ ਹੈ। ਤੋ ਉਹ ਇਨ ਰਿਲੇਸ਼ਨ ਹੈ ਸਾਰਾ ਕੁਛ। ਜਦੋਂ ਗੁਰੂ ਭੇਂਟ ਹੋ ਗਈ, ਉਸ ਤੋਂ ਬਾਅਦ ਜਿਹੜੇ ਨਿਰਭੈਤਾ ਦਾ ਗੁਣ ਹੈ, ਵਿਵੇਕ ਗਿਆਨ ਦਾ ਗੁਣ ਹੈ, ਵਿਰਾਗ ਪੈਦਾ ਹੋਣਾ ਹੈ, ਉਹ ਸਾਰੇ ਨੋਨ ਰਿਲੇਟਿਵ ਹੈ। ਉਹ ਵਿਰਾਗ ਕਦੇ ਨਹੀਂ ਘਟੂਗਾ, ਉਹ ਵਿਵੇਕ ਗਿਆਨ ਕਦੇ ਨਹੀਂ ਪਿੱਛੇ ਹਟੂਗਾ। ਜਿਹੜਾ ਉਰਲਾ ਗਿਆਨ ਹੈ ਭੇਂਟਾਂ ਤੋਂ ਪਹਿਲਾਂ ਪਹਿਲਾਂ, ਉਹ ਗਿਆਨ ਵੱਧਦਾ ਘਟਦਾ ਹੈ। ਸਾਇੰਸ ਦਾ ਵੀ ਅੱਜ ਹੋਰ ਖੋਜ ਹੈ, 10 ਸਾਲ ਬਾਅਦ ਬਦਲ ਜਾਂਦੀ ਹੈ।
ਤੋ ਜਿਹੜਾ ਨੌਨ ਰਿਲੇਟਿਵ ਗਿਆਨ ਹੈ ਉਹ ਕਦੇ ਨਹੀਂ ਬਦਲੂਗਾ, ਉਹਨੂੰ ਵਿਵੇਕ ਕਹਿੰਦੇ। ਗੁਰੂ ਭੇਂਟ ਤੋਂ ਬਾਅਦ 'ਚ ਹੁੰਦਾ, ਉਹ ਜਿਹੜਾ ਗੁਰੂ ਦੁਆਰਾ ਸਾਨੂੰ ਬਖਸ਼ਿਆ ਜਾਂਦਾ। ਸਾਡੀ ਔਕਾਤ ਨਹੀਂ ਵੀ ਅਸੀਂ ਉਹਨੂੰ ਆਪ ਪ੍ਰਾਪਤ ਕਰ ਲਈਏ। ਇਹ ਇਸ ਤਰ੍ਹਾਂ ਲਾਗੂ ਹੁੰਦੀ ਹੈ ਜਿਹੜੀ ਰਿਲੇਟਿਵਿਟੀ ਦੀ ਥਿਊਰੀ ਹੈ। ਇਹ ਪਰਮਾਤਮਾ ਦੇ ਉੱਪਰ ਜਾਂ ਅਧਿਆਤਮ ਦੇ ਉੱਪਰ ਇਸ ਤਰ੍ਹਾਂ ਇਹਦਾ ਅਸਰ ਪੈਂਦਾ। ਉਹ ਨੌਨ ਰਿਲੇਟਿਵ ਹੈ, ਪਰਮਾਤਮਾ ਵੀ ਅਤੇ ਉਹਦੇ ਭਗਤ ਵੀ। ਭਗਤ ਉਹ ਜਿਹੜੇ ਚੌਥੇ ਗੁਣ ਵਾਲੇ ਆ, ਦੂਜੇ ਨਹੀਂ। ਭਗਤ ਬਹੁਤ ਹੈ ਦੁਨੀਆ ਦੇ ਵਿੱਚ, ਅਸੀਂ ਤਾਂ ਉਹਨਾਂ ਨੂੰ ਵੀ ਭਗਤੇ ਕਹੀ ਜਾਂਦੇ ਸਾਰਿਆਂ ਨੂੰ। ਨਹੀਂ, ਗੁਰਬਾਣੀ ਦਾ ਭਗਤ ਹੋਰ ਹੈ। ਤੋ ਜਿਹੜੀ ਵੀ ਕੋਈ ਤਕਲੀਫ ਆਉਂਦੀ ਹੈ ਇਹ ਸਾਨੂੰ ਹੇਠਲੇ ਜਗਤ ਵਿੱਚ ਆਉਂਦੀ, ਗੁਰੂ ਭੇਂਟ ਤੋਂ ਹੇਠਾਂ। ਉੱਪਰ ਜਦੋਂ ਆਤਮਿਕ ਲੈਵਲ ਉੱਚਾ ਹੋ ਜਾਂਦਾ ਫਿਰ ਉਹ ਤਕਲੀਫ ਘਟ ਜਾਂਦੀ ਹੈ ਜਾਂ ਹੁੰਦੀ ਉਹ ਨਹੀਂ, ਫਿਰ ਨਹੀਂ ਬੰਦਾ ਡਰਦਾ ਹੈ ਬਿਲਕੁਲ। तो साध संगत जी, थ्योरी ऑफ रिलेटिविटी वेलोसिटी पर भी लागू है, रफ्तार पर भी, जगह पर भी लागू है, साइमल्टेनिटी दे उपर भी लागू है, हर जगह लागू है। 5 बंदे खड़े हैं लाइन दे विच, एक बंदा कहता भी आइसक्रीम दूजे नंबर वाले नूं पकड़ा दो। हुण जिहड़ा वो लेके आया आइसक्रीम वो सोचता है भी इधर तो दूजा आ है, दूजे पासे तो दूजा होर है, मैं किहनूं पकड़ावां। बन गया ना इनर रिलेशन, इधरों दूजा हो रहा है, उधरले पासे तो दूजा हो रहा है। यही रिलेटिविटी है, ये हर जगह साडे शोबे जिहड़े जिंदगी दे हर एक जगह लागू हुंदी है। न्यूटन दे सिद्धांत लागू होने जिथे कॉन्सटेंट मोशन हुंदा है उत्थे वो न्यूटन भी सही है, पर जिथे मोशन कॉन्सटेंट नहीं ना है, बढ़दा घटदा एक्सलरेशन रिटार्डेशन हुंदी है, उत्थे फिर आइंस्टाइन की थ्योरी लागू हुंदी है। ये एस्ट्रोफिजिक्स विच और क्वांटम मकैनिक्स विच ये चीज़ां लागू होंदियां, उत्थे फिर न्यूटन के सिद्धांत नहीं लागू होंदे जिहड़े जनरल हैं, जिहड़े आपां ने पहलां पढ़े होए हैं। तो साध संगत जी, क्वांटम मकैनिक्स छोटे छोटे पार्टिकल्स जिहड़े हुंदे एनर्जी नाल भरे होए, उन्हां दी साइंस नूं कहने। जिवें सब एटॉमिक पार्टिकल्स ने, मॉलीक्यूल्स ने, फोटोन्स हैं, इलैक्ट्रॉन्स हैं, ये सब क्वांटम मकैनिक्स विच या क्वांटम फिजिक्स विच आउंदे। ये गॉड पार्टिकल एक हुंदा रब दे नाम पर, उहदी विचार अज करनी थोड़ी जी, उस तो बाद समाप्ति है। गॉड पार्टिकल दी खोज होने पिछे 2012 च स्विट्जरलैंड च होई। एक बहुत बड़ा पहाड़ी दे विच लार्ज हैड्रॉन कोलाइडर बनाया गया। आए समझ लो भी एक सुरंग खोद के आले दुआले इस तरह बनाई गई भी उहदे विच इलैक्ट्रॉनां दी बंबार्डमेंट कराउणी सी। ये देखण खातर भी गॉड पार्टिकल है कि नहीं है, ये जिहड़ा डार्क मैटर है कि नहीं है। डार्क मैटर दे विच मास बहुत हुंदा है, उत्थे ही ये गॉड पार्टिकल हुंदा। दुनिया का जिहड़ा सारा ही मास है ये डार्क मैटर करके है, ये अपने आले दुआले भी है, दिखदी नहीं है। डार्क मैटर का मतलब हुंदा हिडन, छुपी हुई। वो छुपी हुई जिहड़ी मैटर है वो प्रकाश नूं परिवर्तित नहीं करती, विचे जज़ब कर लैंदी, इस करके वो नज़र नहीं आउंदी। जिवें हरे पत्ते नज़र आउंदे जदों जिहड़ा हरा रंग है पत्ते वो रिफ्लैक्ट करते हैं, बाकियां नूं अब्जॉर्व कर लैंदे। तो जिहड़ा ये मास है डार्क मैटर का, वो ज़्यादा मास होने करके वो जिहड़ी लाइट है उन्होंने विचे अब्जॉर्व कर लैंदी है। विच अब्जॉर्व होने करके रिफ्लैक्ट होंदी नहीं, वो नज़र नहीं आउंदी। अंधेरे च कुर्सी पई रहूगी तो पता नहीं लगता, चानना करे तो पता लगेगा, इस तरह की बात है। तो वो साइंसदानां ने हुण खोज लिया वो गॉड पार्टिकल किहनूं कहने आ। उहदा असल च नाम हैगा हिग्स बोसोन। वो जिहड़ा गॉड पार्टिकल है वो देख लिया उन्होंने भी जिहड़ा डार्क मैटर है, क्योंकि जिहड़ी मैटर है इहदा सिद्धांत ड्यूअल नेचर है, ये वेव भी है, ये पार्टिकल भी है। आइंस्टाइन तो पहला तो यही मन्निया जाता सी भी पार्टिकल है, हर एक चीज़ एटम है या सब एटम है, पर हुण साइंस ये मनदी है भी ये पार्टिकल भी हैं, ये वेव भी है। जिवें समुंदर के उत्ते लहरां उड़दियां इस तरह भी है। ਜਿਹੜੇ फोटोन ਹੁੰਦੇ इलैक्ट्रोमैगनैटिक एनर्जी उन्हां दे राहीं चलदी है। इस तरह ही ग्रेविटॉन ਹੁੰਦੇ ग्रेविटेशन उन्हां दे राहीं चलदी है। ये प्रूव कर दिता साइंसदानां ने भी डार्क मैटर एग्जिस्ट करता है, उहदे विच गॉड पार्टिकल भी हुंदा है। जिवें कोई वेव चलदी है, पानी की लहर चलदी है, उहदे विच गट्ठां जिहां बन जांदियां, उन्हां नूं पार्टिकल कहने, उही गॉड पार्टिकल है।
ਇਹ ਜਿਹੜਾ ਡਾਰਕ ਮੈਟਰ ਹੈ, ਇਹ ਬਹੁਤ ਜ਼ਿਆਦਾ ਇਹਦਾ ਮਾਸ ਹੁੰਦਾ ਹੈ। ਇਹ ਬਲੈਕ ਹੋਲ ਜਿਹੜੀ ਦੁਨੀਆ ਦੀ ਥਿਊਰੀ ਹੈ ਉਹਦੇ ਉੱਪਰ ਵੀ ਲਾਗੂ ਹੁੰਦਾ, ਉਹਦੀ ਵਿਚਾਰ ਕਿਸੇ ਫੇਰ ਕਰਾਂਗੇ। ਗਰੁੱਪ ਵਿੱਚ ਤਾਂ ਕਰੀ ਹੋਈ ਵੀ ਹੈ। ਤੋ ਡਾਰਕ ਮੈਟਰ ਦੁਨੀਆ ਦੇ ਵਿੱਚ ਐਗਜ਼ਿਸਟ ਕਰਦਾ ਹੈ। ਐਂ ਸਮਝ ਲਓ ਵੀ 5% ਤਾਂ ਸਭ ਦਿਖਦਾ ਆਪਾਂ ਨੂੰ, ਦ੍ਰਿਸ਼ਟਮਾਨ ਸੰਸਾਰ, ਚੰਦ, ਸੂਰਜ, ਧਰਤੀਆਂ, ਪੌਣ, ਪਾਣੀ, ਅਗਨੀ, ਸਮੁੰਦਰ, ਪਹਾੜ, ਇਹ ਸਿਰਫ 5% ਹੈ। 28% ਕੋਈ 24 ਵੀ ਕਹਿੰਦਾ, ਵੈਸੇ ਇਹ 28% ਹੈਗਾ ਡਾਰਕ ਮੈਟਰ ਜਿਹੜਾ ਦਿਸਦਾ ਨਹੀਂ, ਔਰ 68% ਹੈਗਾ ਜਿਹੜਾ ਡਾਰਕ ਐਨਰਜੀ ਹੈ। ਚਲੋ ਇਹ ਸਾਇੰਸ ਦੀਆਂ ਥਿਊਰੀਆਂ, ਇਹਨਾਂ ਬਾਰੇ ਆਪਾਂ ਸਿੰਪਲੀ ਨੌਲੇਜ ਲਈਏ ਤਾਂ ਕਿ ਆਪਾਂ ਨੂੰ ਸਮਝ ਆ ਜਾਏ ਗੱਲ ਦੀ। ਪਰਮਾਤਮਾ ਦੇ ਭਾਣੇ 'ਚ ਇੰਨਾ ਕੁਛ ਹੈ, ਇੰਨਾ ਕੁਛ ਛੁਪਿਆ ਹੋਇਆ ਹੈ। ਤੋ ਅਸੀਂ ਇੱਕ ਦਿਮਾਗ ਨਾਲ ਇਹਨਾਂ ਦੀ ਕੋਸ਼ਿਸ਼ ਕਰਦੇ ਹਾਂ ਖੋਜਣ ਦੀ, ਸਾਇੰਸ ਵਾਲੇ ਵੀ ਕਰਦੇ ਹਾਂ, ਪਰ ਖੰਡ ਬ੍ਰਹਿਮੰਡਾਂ ਦਾ ਅੰਤ ਕੋਈ ਨਹੀਂ। ਇੰਨੇ ਗੁਰਬਾਣੀ ਪਹਿਲਾਂ ਹੀ ਫਰਮਾ ਗਈ, ਇਸ ਗੱਲ ਨੂੰ ਫਰਮਾਉਂਦੀ ਹੈ ਬਈ ਕਰੋੜਾਂ ਹੀ ਖੰਡ ਬ੍ਰਹਿਮੰਡ ਹੈ, ਆਕਾਸ਼ ਗੰਗਾ, ਇੱਕ ਆਕਾਸ਼ ਗੰਗਾ 'ਚ 10-10 ਬਿਲੀਅਨ ਤਾਰੇ ਹੁੰਦੇ। ਕਿਵੇਂ ਇਹ ਸੰਸਾਰ ਚੱਲ ਰਿਹਾ ਇਹਦਾ ਉਹੀ ਜਾਣਦਾ ਜਿਹੜਾ ਪਰਮਾਤਮਾ ਹੈ। ਉਹਦੇ ਵਰਗਾ ਹੋਰ ਕੋਈ ਹੈ ਨਹੀਂ, ਇਸ ਕਰਕੇ ਕੋਈ ਜਾਣ ਨਹੀਂ ਸਕਦਾ। ਇਹਦਾ ਅੰਤ ਨਹੀਂ ਕੋਈ ਵੀ ਜਾਂਦਾ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਕਿਸੇ ਅਵਤਾਰ ਨੇ ਵੀ ਇਹਦਾ ਭੇਤ ਨਹੀਂ ਜਾਣਿਆ, ਨਾ ਜਾਣਿਆ ਜਾ ਸਕਦਾ। ਤੋ ਇਹਦੇ ਵਿੱਚ ਇਹ ਡਾਰਕ ਐਨਰਜੀ, ਡਾਰਕ ਮੈਟਰ ਵਰਗੀਆਂ ਐਸੀਆਂ ਚੀਜ਼ਾਂ ਜਿਹੜੀਆਂ ਦੀ ਹੁਣ ਖੋਜ ਵੀ ਹੋ ਰਹੀ ਹੈ। ਡਾਰਕ ਐਨਰਜੀ ਵੀ ਖੋਜ ਲਈ ਗਈ ਹੈ ਇਟਲੀ ਦੇ ਵਿੱਚ, ਧਰਤੀ ਦੇ ਹੇਠਾਂ ਬਣਾ ਕੇ ਨਾ ਇੱਕ ਲੈਬੋਰਟਰੀ, ਉੱਥੇ ਟੈਸਟ ਹੋ ਚੁੱਕੀ ਹੈ। ਇਹਨਾਂ ਚੀਜ਼ਾਂ ਦੀ ਖੋਜ ਦੇਖ ਕੇ ਮਨ ਵਿਸਮਾਦ ਹੁੰਦਾ ਹੈ, ਮਨ ਵਿੱਚ ਵਿਸਮਾਦ ਪੈਦਾ ਹੁੰਦਾ ਹੈ। ਤਾਂ ਹੀ ਫਿਰ ਆਸਾ ਕੀ ਵਾਰ ਦੇ ਵਿੱਚ ਆਉਂਦਾ, ਵਿਸਮਾਦ ਵਿਸਮਾਦ ਤੇਰੇ ਨਾਦ ਵੀ ਵਿਸਮਾਦ, ਤੇਰੇ ਵੇਦ ਵੀ ਵਿਸਮਾਦ, ਤੇਰੇ ਪੌਣ, ਪਾਣੀ, ਪੰਛੀ ਸਭ ਵਿਸਮਾਦ ਹੈ। ਵਾਹ ਵਾਹ ਨਿਕਲਦਾ ਮੂੰਹ ਤੋਂ। ਫਿਰ ਤੂੰ ਦਾ ਖਿਆਲ ਆਉਂਦਾ, ਮੈਂ ਟੁੱਟਦੀ ਹੈ ਬੰਦੇ ਦੀ, ਵੀ ਤੂੰ ਐਡਾ ਡਾਢਾ ਹੈ, ਤੇਰੇ ਅੰਦਰ ਆਹ ਕੁਛ ਹੈ, ਤੇਰੀ ਕੁਦਰਤ ਵਿੱਚ ਇਹ ਕੁਛ ਹੈ। ਕਿਵੇਂ ਇੱਕ ਬਲੈਕ ਹੋਲ, ਇੱਕ ਐਡੇ ਬੜੇ ਤਾਰੇ ਨੂੰ ਲੱਖਾਂ ਮੀਲ ਜਿਹਦਾ ਆਕਾਰ ਹੋਵੇ ਉਹਨੂੰ ਨਿਗਲ ਜਾਂਦੀ ਹੈ, ਖਾ ਜਾਂਦੀ ਹੈ। ਐਡਾ ਆਹ ਕੁਛ ਹੋ ਰਿਹਾ। ਫਿਰ ਖਿਆਲ ਆਉਂਦਾ ਜੀਵ ਨੂੰ ਵੀ ਮੈਂ ਤਾਂ ਇੱਕ ਕਤਰਾ ਵੀ ਨਹੀਂ ਹੈ ਸਮੁੰਦਰ ਦਾ, ਮੈਂ ਉਹੀ ਆਪਣੇ ਆਪ ਨੂੰ ਬੜਾ ਸਮਝੀ ਜਾਂਦਾ ਵੀ ਮੈਂ ਕੁਛ ਹੈਗਾ। ਐਕਚੁਅਲੀ ਆਈ ਐਮ ਨਥਿੰਗ, ਮੈਂ ਕੁਛ ਵੀ ਨਹੀਂ ਹੈ। ਫਿਰ ਅਹਿਸਾਸ ਹੁੰਦਾ, ਫਿਰ ਵਾਹ ਵਾਹ ਨਿਕਲਦੀ ਹੈ, ਫਿਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਗੁਰੂ ਦੀ ਵਾਹ ਵਾਹ ਫਿਰ ਹੁੰਦੀ ਹੈ। ਫਿਰ ਪਰਮਾਤਮਾ ਤੂੰ ਨਿਕਲਦਾ, ਨਹੀਂ ਤਾਂ ਮੈਂ ਚੱਲਦਾ ਸਾਰਾ ਦਿਨ। ਤਾਂ ਚਲੋ ਸਾਧ ਸੰਗਤ ਜੀ, ਇਹ ਵਿਚਾਰ ਆਪ ਜੀ ਨਾਲ ਸਾਂਝੀ ਕਰੀਏ। ਕਿੰਨੀ ਕੁ ਹੋ ਸਕੀ ਹੈ ਪਤਾ ਨਹੀਂ, ਆਪ ਜੀ ਸਮਝਿਓ। ਬਹੁਤ ਸਾਦਗੀ ਨਾਲ ਔਰ ਛੋਟੀ ਕਰਕੇ ਪੇਸ਼ ਕਰਿਆ। ਥਿਊਰੀ ਤਾਂ ਬਹੁਤ ਲੰਬੀ ਚੌੜੀ ਹੈ। ਔਰ ਇਹ ਵੀ ਦਾਨੇ ਨੇ ਕਿਸੇ ਨੇ ਖੋਜ ਕਰ ਲਈ ਹੈ ਵੀ ਇੰਗਲਿਸ਼ ਦਾ ਜਿਹੜਾ 4 ਹੈ, 4 ਅੱਖਰ ਹੈ, ਉਹ ਬਲੈਕ ਹੋਲ ਹੈ ਦੁਨੀਆ ਦੀ। ਦੁਨੀਆ ਦੇ ਸਾਰੇ ਅੱਖਰ ਇਹਦੇ ਵਿੱਚ ਆ ਜਾਂਦੇ, ਖਾ ਜਾਂਦਾ ਮਤਲਬ ਹੈ 4 ਸਾਰੇ ਹੀ ਅੱਖਰਾਂ ਨੂੰ। ਅਤੇ ਪੰਜਾਬੀ ਦੇ ਵਿੱਚ 2 ਅੱਖਰ ਹੈ, ਇਹ ਵੀ ਸਾਰੇ ਜਿੰਨੇ ਅੰਕ ਹੈ ਇਹਦੇ ਵਿੱਚ ਹੀ ਸਮਾ ਜਾਂਦੇ। ਇਹਦੀ ਵਿਚਾਰ ਵੀ ਜੇ ਜ਼ਰੂਰਤ ਪਈ, ਕਿਸੇ ਨੇ ਪੁੱਛਣਾ ਹੋਇਆ ਤਾਂ ਦੱਸ ਦਿਨ ਗੱਲ ਕਰ ਸਕਦਾ ਫੋਨ 'ਤੇ। ਤੋ ਆਪਾਂ ਹੁਣ ਲਈਏ ਇਜਾਜ਼ਤ, ਕਿਉਂਕਿ ਟਾਈਮ ਕਾਫੀ ਹੋ ਗਿਆ, 48 ਮਿੰਟ ਹੋ ਚੁੱਕੇ ਹੈ। ਕੋਈ ਅਪਸ਼ਬਦ ਦੀ ਖਿਮਾ ਸਾਧ ਸੰਗਤ ਜੀ, ਬੰਦਾ ਭੁੱਲਣਹਾਰ ਹੈ, ਰਹਿੰਦਾ ਹੀ ਭੁੱਲ 'ਚ ਹੈ। ਇਹ ਨਹੀਂ ਵੀ ਭੁੱਲ ਹੋ ਗਈ ਹੋਣੀ ਹੈ, ਬੰਦਾ ਕਰਦਾ ਹੀ ਭੁੱਲਾਂ ਸਵੇਰ ਤੇ ਸ਼ਾਮ ਤਾਈਂ। ਆ ਭੁੱਲ ਕੇਵਲ ਗੁਰੂ ਹੈ, ਕਰਤਾਰ ਹੈ, ਐਬਸੋਲਿਊਟ ਉਹੀ ਹੈ। ਬੰਦਾ ਹਮੇਸ਼ਾ ਹੀ ਰਿਲੇਟਿਵ ਹੈ, ਗਲਤੀ ਕਰਦਾ ਹੈ, ਭੁੱਲ ਜਾਂਦਾ ਹੈ। ਇਸ ਕਰਕੇ ਸੰਗਤ ਜਿਹੜੀ ਹੈ ਉਹ ਮਾਫ਼ ਕਰਨ ਵਾਲੀ ਹੈ, ਬਖਸ਼ਣਹਾਰ ਹੁੰਦੀ ਹੈ। ਬਖਸ਼ਿਓ, ਅਸੀਸ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।